ਸ੍ਰੀ ਵਾਹਿਗੁਰੂ ਜੀ। ਭਰੀਆ ਹੱਥ ਪੈਰ ਤਨ ਦੇਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਰਲ ਮਿਲ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦਾ ਲਾਹਾ ਪ੍ਰਾਪਤ ਕਰੀਏ। ਪਿੱਛੇ 19 ਪੌੜੀਆਂ ਤੱਕ ਵਿਚਾਰ ਹੋ ਚੁੱਕੀ ਹੈ। 20ਵੀਂ ਪੌੜੀ ਦਾ ਵਿਚਾਰ ਸ਼ੁਰੂ ਹੋਣ ਲੱਗਿਆ। 19ਵੀਂ ਪੌੜੀ 'ਤੇ ਜਪਜੀ ਸਾਹਿਬ ਦਾ ਪੂਰਵਾਰਧ ਪਹਿਲਾ ਅੱਧਾ ਹਿੱਸਾ ਸਮਾਪਤ ਹੋ ਗਿਆ। ਉਤਰਾਰਧ ਪਿਛਲਾ ਹਿੱਸਾ ਸ਼ੁਰੂ ਹੋ ਰਿਹਾ। ਪਹਿਲੇ ਹਿੱਸੇ 'ਚ ਮੂਲ ਮੰਤਰ ਦੀ ਬੜੀ ਕਠਿਨਾਈ ਵਾਲੇ ਗਹਿਰੇ ਅਰਥ ਸਨ, ਔਰ ਵੇ 7ਵੀਂ ਪੌੜੀ ਤੱਕ ਬ੍ਰਹਮ ਗਿਆਨ ਦੀਆਂ ਵਿਚਾਰਾਂ ਹੋਣ ਕਰਕੇ ਉਹ ਵੀ ਔਖੀ ਵਿਚਾਰ ਸੀ। ਅਤੇ ਫਿਰ ਉੱਤਮ ਅਧਿਕਾਰੀ ਨੂੰ ਉਪਦੇਸ਼ ਹੋਣ ਕਰਕੇ 19 ਪੌੜੀਆਂ ਤੱਕ, ਜਿਹਨੂੰ ਇਹ ਕਿਹਾ ਜਾ ਸਕਦਾ ਹੈ ਸੰਪਰਦਾ ਦੇ ਵਿੱਚ ਵੀ ਇਹ ਅਰਥ ਭਾਵ ਤੋਂ ਬਹੁਤੇ ਔਖੇ ਸਨ। ਮੂਲ ਮੰਤਰ ਤੋਂ ਬਾਕੀ ਦੀਆਂ ਪੌੜੀਆਂ ਸਰਲ ਹੁੰਦੀਆਂ ਗਈਆਂ। ਹੁਣ ਪੂਰਵਾਰਧ ਤੋਂ ਉੱਤਰਾਰਧ ਪਹਿਲਾਂ ਨਾਲੋਂ ਸੌਖਾ ਹੋਏਗਾ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਕੀ ਬਾਣੀ ਨਾਲੋਂ ਫਿਰ ਵੀ ਔਖਾ ਰਹੇਗਾ। ਇਹਦੇ ਵਿੱਚ ਮੱਧਮ ਅਧਿਕਾਰੀ ਨੂੰ ਉਪਦੇਸ਼ ਹੈ। ਜਿਹੜਾ ਦ੍ਰਿਸ਼ਟਾਂਤ ਨਾਲ ਵੀ ਨਾ ਸਮਝੇ ਉਹਦੇ ਲਈ ਦਾ ਦ੍ਰਿਸ਼ਟਾਂਤ ਦੇਣਾ ਪੈਂਦਾ। ਇਹਦੇ 'ਚ ਦ੍ਰਿਸ਼ਟਾਂਤ ਨਾਲ ਦਾ ਦ੍ਰਿਸ਼ਟਾਂਤ ਵਰਤਣਗੇ। ਦ੍ਰਿਸ਼ਟਾਂਤ ਦਾ ਅੱਗੇ ਹੋਰ ਵਿਆਖਿਆ ਕਰਕੇ ਸੌਖਾ ਸਮਝਾਉਣਗੇ। ਸੋ ਆਓ, ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰ ਰਹੇ ਹਨ। ਸਿੱਧਾਂ ਦਾ ਪ੍ਰਸ਼ਨ ਹੈ। ਪ੍ਰਸ਼ਨ ਕੀ ਵਿੱਚੋਂ ਚਲਾਕੀ ਹੁੰਦੀ ਹੈ ਉਹਨਾਂ ਦੀ ਕਿ ਜੀ ਤੁਸੀਂ ਕਿਹਾ ਨਾਮ ਸਿਮਰਨ ਤੋਂ ਬਿਨਾਂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ, ਪਰ ਨਾਮ ਤਾਂ ਜਪਿਆ ਜਾ ਸਕਦਾ ਹੈ ਜੇ ਮਨ ਦੇ ਅੰਦਰ ਮੈਲ ਨਾ ਹੋਵੇ। ਜੇ ਬੁੱਧੀ ਮੈਲ ਗ੍ਰਸਤ ਹੈ ਤਾਂ ਨਾਮ ਨਹੀਂ ਜਪ ਸਕਦੀ। ਮਹਾਰਾਜ ਕਹਿੰਦੇ ਠੀਕ ਹੈ ਤੁਹਾਡੀ ਗੱਲ, ਪਰ ਕੀ ਕਹਿਣਾ ਚਾਹੁੰਦੇ ਹੋ? ਮੁੜ ਕੜ ਕੇ ਗੱਲ ਉੱਥੇ ਆ ਜਾਂਦੀ ਹੈ। ਕਹਿੰਦੇ ਵੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਮਤ ਵਿੱਚ ਲਿਖਿਆ ਵੀ ਯੋਗ ਸਾਧਨਾ ਦੇ ਨਾਲ ਮਨ ਸ਼ੁੱਧ ਹੁੰਦਾ ਹੈ, ਬੁੱਧ ਪਵਿੱਤਰ ਹੋ ਜਾਂਦੀ ਹੈ, ਫਿਰ ਉਹਦੇ ਨਾਲ ਨਾਮ ਜਪ ਲਵੇ। ਇਸ ਕਰਕੇ ਵੀ ਜੇ ਤੁਸੀਂ ਯੋਗ ਮਤ ਧਾਰਨ ਕਰ ਲਓ, ਆਪਣੇ ਸ਼ਿਸ਼ਾਂ ਨੂੰ ਵੀ ਧਾਰਨ ਕਰਾ ਦਿਓ, ਤਾਂ ਤਰਤੀਬ ਠੀਕ ਕਰਦੀ। ਮਹਾਰਾਜ ਕਹਿੰਦੇ ਇਹ ਨਿਰਮਲ ਪੰਥ ਵਿੱਚ ਯੋਗ ਅਭਿਆਸ ਨੂੰ ਕੋਈ ਥਾਂ ਨਹੀਂ ਹੈ। ਕਹਿੰਦੇ ਫਿਰ ਤੁਸੀਂ ਆਪਣੇ ਨਿਰਮਲ ਪੰਥ ਵਿੱਚ ਮਨ ਨੂੰ ਸ਼ੁੱਧ ਕਰਨ ਵਾਸਤੇ, ਮਤ ਨੂੰ ਪਵਿੱਤਰ ਕਰਨ ਵਾਸਤੇ ਕੀ ਸਾਧਨ ਕਰਦੇ ਹੋ? ਮਹਾਰਾਜ ਫਿਰ ਦ੍ਰਿਸ਼ਟਾਂਤ ਦੇ ਕੇ ਸਮਝਾਉਣ ਲੱਗੇ। ਉੱਤਰ ਦੇ ਵਿੱਚ ਕਹਿਣ ਲੱਗੇ ਹਨ ਸਤਿਗੁਰੂ ਕਿ ਸਿੱਧੋ ਸੁਣਨਾ ਕਰੋ। ਸ੍ਰੀ ਵਾਹਿਗੁਰੂ ਜੀ। ਭਰੀਆ ਹੱਥ ਪੈਰ ਤਨ ਦੇਹ। ਮਹਾਰਾਜ ਸਾਹਿਬ ਜੀ ਕਹਿੰਦੇ ਦੇਖੋ, ਬੜਾ ਸੌਖਾ ਦਾ ਦ੍ਰਿਸ਼ਟਾਂਤ ਮਹਾਰਾਜ ਨੇ ਦਿੱਤਾ ਹੈ ਵੀ ਸਰੀਰ ਦੇ ਹੱਥ ਨ, ਪੈਰ ਨ ਤੇ ਤਨ ਦੇ, ਜਿਵੇਂ ਕਹਿੰਦੇ ਫਲਾਣਾ ਬੜਾ ਤਨਦੇਹੀ ਨਾਲ ਕੰਮ ਕਰਦਾ ਹੈ। ਪੰਜਾਬੀ ਬੋਲੀ ਵਿੱਚ ਦੂਹਰਾ ਵਚਨ ਆ ਜਾਂਦਾ ਕਈ ਵਾਰ, ਅਤੇ ਉਹਦੇ ਅਨੁਸਾਰ ਪਹਿਲਾਂ ਇਹ ਅਰਥ ਜਾਣਾ, ਪਰ ਜੇ ਇਹਨੂੰ ਬਰੀਕੀ ਤੱਕ ਜਾਈਏ, ਤਨ ਜਿਹੜਾ ਹੈ ਗੋਡਿਆਂ ਤੋਂ ਉੱਪਰ ਮੋਢਿਆਂ ਤੱਕ, ਇਹਨਾਂ ਦੋਨਾਂ 'ਚੋਂ ਇੱਕ ਨੂੰ ਦੇਹ ਮੰਨ ਲਈਦਾ, ਇੱਕ ਨੂੰ ਤਨ ਮੰਨ ਲਈਦਾ। ਤੋ ਇਸ ਕਰਕੇ ਕਹਿੰਦੇ ਵੀ ਹੱਥ ਪੈਰ ਤਨ ਦੇ ਸਾਰਾ ਕੁਛ ਹੈ, ਜੇ ਧੂੜ ਧੱਪੇ ਦੇ ਨਾਲ ਭਰ ਜਾਵੇ, ਭਰੀ ਹੈ, ਮਿੱਟੀ ਲੱਗ ਗਈ, ਗਾਰ ਲੱਗ ਗਿਆ, ਜਾਂ ਕਿਤੇ ਇਹੋ ਜਿਹਾ ਮੈਲਾ ਕਚੈਲਾ ਪਾਣੀ ਹੈ ਬਾਹਰ, ਜਾਂ ਮੈਲੀ ਮਿੱਟੀ ਹੈ ਜਿਵੇਂ ਰੂੜੀ ਹੁੰਦੀ ਹੈ, ਇਹਦੇ ਨਾਲ ਸਰੀਰ ਭਰ ਜਾਵੇ, ਅਤੇ ਇਹਦੇ ਵਿੱਚ ਮਿੱਟੀ ਘੱਟੇ ਦੇ ਨਾਲ ਸਰੀਰ ਹੈ ਜਿਹੜਾ ਉਹ ਜਦੋਂ ਭਰ ਜਾਵੇ, ਅਤੇ ਮਹਾਰਾਜ ਸਾਹਿਬ ਜੀ ਕਹਿੰਦੇ ਉਹਦੇ ਵਾਸਤੇ ਪਾਣੀ ਧੋਤੈ ਉਤਰ ਸੋ ਖੇਹ। ਉਹ ਜਿਹੜੀ ਖੇਹ ਲੱਗੀ ਹੈ, ਕਹਿੰਦੇ ਉਹ ਪਾਣੀ ਦੇ ਧੋਣ ਦੇ ਨਾਲ ਧੋਤਿਆਂ ਸੋ ਉਹ ਖੇਹ ਜਿਹੜੀ ਮਿੱਟੀ ਮੈਲ ਉਤਰ ਜਾਂਦੀ ਹੈ। ਅਤੇ ਇਹ ਜਿਹੜਾ ਪਾਠ ਹੈ ਉਤਰ ਕਹਿ ਕੇ ਫਿਰ ਸੱਸਾ ਅਲੱਗ, ਸੱਸੇ ਨੂੰ ਔਂਕੜਾ, ਉਤਰ ਸੋ ਖੇਹ, ਐਂ ਕਰਨਾ ਹੈ। ਅਤੇ ਇਹ ਵੀ ਭਰਮ ਨਹੀਂ ਕਰਨਾ। ਕੋਈ ਤੁਹਾਨੂੰ ਅੰਮ੍ਰਿਤਸਰ ਦੀ ਟਕਸਾਲ ਜਿਹੜੀ ਭਾਈ ਮਨੀ ਸਿੰਘ ਸਾਹਿਬ ਤੋਂ ਹੈ, ਉਹਦੇ ਵਿੱਚ ਉਹ ਕਰਾਉਣਗੇ ਉੱਤਰਸ, ਇਕੱਠਾ ਪਾਠ ਕਰਾਉਣਗੇ ਉਹ ਅੰਮ੍ਰਿਤਸਰੀ ਪਾਠ ਉੱਤਰਸ, ਪਰ ਦਮਦਮਾ ਸਾਹਿਬ ਦਾ ਪਾਠ ਹੈ ਉੱਤਰ ਸੋਖੇ। ਤੋ
ਸੰਪਰਦਾ ਦਮਦਮੀ ਟਕਸਾਲ ਵਿੱਚ ਕਲਗੀਧਰ ਪਾਤਸ਼ਾਹ ਦੇ ਜਿਹੜੇ ਸੀ ਉਹ ਜਿਉਂਦੇ ਤਿਉਂ ਰੱਖੇ ਗਏ, ਅਤੇ ਇੱਧਰ ਫਿਰ ਕੁਝ ਸਨਾਤਨ ਮਤ ਦੇ ਕੁਝ ਹੋਰ ਵਿਦਵਾਨ ਆਉਂਦੇ ਰਹੇ। ਇਸ ਕਰਕੇ ਅੱਗੇ ਤੋਂ ਅੱਗੇ ਗਿਆਨੀਆਂ ਨੇ ਕੁਝ ਪਾਠ ਜਿਹੜਾ ਉਹਨਾਂ ਦੇ ਅੰਤਰੇ ਆ ਗਏ। ਇਹਦਾ ਬਹੁਤਾ ਭਰਮ ਨਹੀਂ ਕਰਨਾ। ਜੇਕਰ ਤਨ ਗੋਡਿਆਂ ਤੋਂ ਲੈ ਕੇ ਮੋਢਿਆਂ ਤੱਕ ਸਰੀਰ, ਇਹ ਵਿਚਕਾਰਲਾ ਹਿੱਸਾ ਦੇਹ, ਬਾਕੀ ਦਾ ਹਿੱਸਾ ਇਹ ਤਨ ਹੋ ਗਿਆ, ਬਾਕੀ ਦਾ ਹਿੱਸਾ ਹੱਥ ਪੈਰ, ਇਹਨੂੰ ਦੇਹ ਸਮਝ ਲਓ। ਖੇ ਮਿੱਟੀ ਆਦਿ ਨਾਲ ਭਰ ਗਈ, ਪਾਣੀ ਧੋਤਿਆਂ ਉਤਰ ਗਈ। ਪਰ ਮਹਾਰਾਜ ਸਾਹਿਬ ਜੀ ਕਹਿੰਦੇ ਇਸੇ ਤਰ੍ਹਾਂ ਇਹ ਹੁਣ ਜਿਵੇਂ ਬਾਹਰ ਦਾ ਦ੍ਰਿਸ਼ਟਾਂਤ ਦਿੱਤਾ ਹੈ, ਤੇ ਅੱਗੇ ਫਰਮਾਨ ਕਰਦੇ ਹਨ ਜੀ, ਮੂਤ ਪਲੀਤੀ ਕੱਪੜ ਹੋਏ, ਜੇ ਸਾਬੂਣ ਲਈਐ ਉਹ ਧੋਏ। ਤੇ ਜੇਕਰ ਮੂਤ ਪਿਸ਼ਾਬ ਆਦਿ ਦੇ ਨਾਲ ਕੱਪੜਾ ਬਸਤਰ ਜਿਹੜਾ ਹੈ ਉਹ ਪਲੀਤ ਹੋ ਜਾਵੇ, ਜਿਵੇਂ ਨਿਆਣੇ ਛੋਟੇ ਬੱਚੇ ਅਣਸੋਜਨ ਜਿਹੜੇ ਉਹ ਉੱਤੇ ਹੀ ਕਿਰਿਆ ਕਰ ਦਿੰਦੇ ਆ, ਪਿਸ਼ਾਬ ਕਰ ਦਿੰਦੇ ਆ, ਬਸਤਰ ਪਲੀਤ ਹੋ ਗਿਆ ਨਾ। ਪਲੀਤ ਦਾ ਅਰਥ ਹੈ ਅਪਵਿੱਤਰ ਹੋ ਗਿਆ ਪਿਸ਼ਾਬ ਆ ਲੱਗਣ ਦੇ ਨਾਲ। ਤੇ ਫਿਰ ਉਹਨੂੰ ਧੋਣ ਵਾਸਤੇ ਕੱਲਾ ਪਾਣੀ ਨਹੀਂ ਕੰਮ ਕਰਦਾ। ਜਿਹੜੀ ਖੇ ਮਿੱਟੀ ਲੱਗੀ ਸੀ ਉਹ ਤਾਂ ਪਾਣੀ ਨਾਲੇ ਧੋ ਕੇ ਹੱਥ ਪੈਰ ਠੀਕ ਹੋ ਗਏ, ਪਰ ਜੇ ਵਸਤਰ ਨੂੰ ਪਿਸ਼ਾਬ ਆਦਿ ਲੱਗਿਆ ਉਹ ਕੱਲਾ ਪਾਣੀ ਸੁੱਧ ਨਹੀਂ ਕਰ ਸਕਦਾ। ਉਹਦੇ ਨਾਲ ਫਿਰ ਕੀ ਕਰਨਾ ਪੈਂਦਾ? ਦੇ ਸਾਬੂਣ, ਇੱਕ ਤਾਂ ਪਾਠ ਸਾਬੂਣ, ਬੱਬੇ ਦੀ ਥਾਂ ਤੇ ਬਾਬਾ ਨਾ ਆ ਜਾਵੇ, ਸਾਬੂਣ ਨਾ ਹੋ ਜਾਵੇ, ਸਾਬੂਣ ਬੱਬਾ। ਦੂਰ ਦਾ ਸੱਸੇ ਦਾ ਕੰਨਾ ਜਿਹੜਾ ਲੋਪ ਨਾ ਹੋ ਜਾਵੇ, ਕੱਲਾ ਸਬੂਣ ਨਾ ਬਣ ਜਾਵੇ। ਸਾਬੂਣ ਕੰਨਾ ਵੀ ਬੋਲਣਾ ਅਤੇ ਬੱਬਾ ਪੂਰਾ ਬੋਲਣਾ। ਇਹ ਤਾਂ ਅਸੀਂ ਪਾਠ ਦੀ ਗੱਲ। ਅਤੇ ਉਹਨੂੰ ਲਈਏ ਧੋਏ, ਧੋ ਲਈਏ, ਉਹ ਪਵਿੱਤਰ ਹੋ ਜਾਂਦਾ ਹੈ, ਕਿਉਂਕਿ ਨਾਲ ਸਾਬਣ ਲੈ ਲਈ। ਕੱਲਾ ਪਾਣੀ ਨਹੀਂ, ਪਾਣੀ ਦੇ ਨਾਲ ਸਾਬਣ ਲੈ ਲਿਆ। ਅਤੇ ਫਿਰ ਉਹ ਬਸਤਰ ਸੀ ਜਿਹੜਾ, ਸਾਬਣ ਦੇ ਵਿੱਚ ਕੁਝ ਅਜਿਹੇ ਤੱਤ ਨੇ ਜਿਹੜੇ, ਉਹ ਜਿਹੜੀ ਅਪਵਿੱਤਰਤਾ ਜਿਹੜੀ ਹੈ ਉਹਦੇ 'ਚ ਗੰਦੇ ਜਰਮ ਜਿਹੜੇ ਨੇ, ਸਾਬਣ ਦੇ ਵੀ ਕਾਸਟ ਹੁੰਦਾ, ਉਹ ਉਹਨੂੰ ਕੱਟ ਦਿੰਦਾ ਹੈ। ਤਾਂ ਇਸ ਕਰਕੇ ਇਕੱਲਾ ਪਾਣੀ ਨਹੀਂ ਫਿਰ ਕੱਟ ਸਕਦਾ। ਕੱਪੜੇ ਦੀ ਮੈਲ ਵਾਸਤੇ ਸਾਬਣ ਚਾਹੀਦਾ ਨਾਲ। ਤਾਂ ਇਹ ਦੋ ਦ੍ਰਿਸ਼ਟਾਂਤ ਮਹਾਰਾਜ ਨੇ ਦਿੱਤੇ ਬਾਜ। ਹੁਣ ਸਿੱਧਾਂ ਦਾ ਜਿਹੜੀ ਅਸਲੀ ਗੱਲ ਹੈ ਤੇ ਉਹਦਾ ਹੁਣ ਉੱਤਰ ਦੇਣ ਲੱਗੇ ਹਨ। ਭਰੀਏ ਮਤ ਪਾਪਾ ਕੈ ਸੰਗ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜੀ ਮਤ ਬੁੱਧੀ ਹੈ ਉਹ ਪਾਪਾਂ ਦੇ ਸੰਗ ਕਰਕੇ ਭਰੀ ਹੈ। ਇਹਨੂੰ ਪਾਪਾਂ ਨਾਲ ਹੀ ਭਰ ਦਿੱਤਾ। ਕੋਈ ਬਰਤਨ ਹੈ, ਉਹਨੂੰ ਮਿੱਟੀ ਨਾਲ ਭਰ ਲਿਆ, ਉਹਨੂੰ ਪਾਣੀ ਨਾਲ ਭਰ ਲਿਆ, ਉਹਨੂੰ ਸ਼ਰਾਬ ਨਾਲ ਭਰ ਲਿਆ। ਜਿਹੜੀ ਚੀਜ਼ ਪਾਈ ਗਈ ਉਹ ਕਹਿੰਦੇ ਇਹਦੇ ਨਾਲ ਭਰੀ ਹੋਈ ਹੈ। ਦੁੱਧ ਪਾਇਆ, ਉਹ ਕਹਿੰਦੇ ਦੁੱਧ ਨਾਲ ਭਰਿਆ ਹੋਇਆ। ਇਹ ਬਰਤਨ ਦੀ ਨਿਆਈ ਸਾਡੀ ਬੁੱਧ ਜਿਹੜੀ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲੱਗ ਗਈ। ਪਾਪ ਜਿੰਨੇ ਕੀਤੇ ਉਹ ਪਾਪਾਂ ਦੀ ਅੰਸ਼ ਵਿੱਚ ਰਹਿੰਦੀ ਰਹੀ। ਇਹ ਜਿਹੜੀ ਮਤ ਹੈ ਪਾਪਾਂ ਦੇ ਸੰਗ ਕਰਕੇ। ਸੰਗ ਕਿਵੇਂ? ਜਿਵੇਂ ਕਹਿੰਦੇ ਫਲਾਣੇ ਬੰਦੇ ਨੇ ਮਾੜੇ ਦਾ ਸੰਗ ਹੋ ਗਿਆ, ਉਹ ਵੀ ਮਾੜਾ ਹੋ ਗਿਆ। ਜਦੋਂ ਅਸੀਂ ਪਾਪ ਕਰਦੇ ਹਾਂ, ਉਹ ਪਾਪ ਦੇ ਸੰਗ ਦੇ ਨਾਲ, ਜਿਵੇਂ ਕਾਲਸ ਦੇ ਨਾਲ ਹੱਥ ਸਪਰਸ਼ ਕਰੀਏ, ਕਾਲਸ ਤਾਂ ਲੱਗੂਗੀ। ਪਾਪ ਕਰਾਂਗੇ ਤਾਂ ਪਾਪ ਤਾਂ ਫਿਰ ਲੱਗੂਗਾ, ਉਹ ਕਾਲਸ ਦੀ ਨਿਆਈ। ਪੁੰਨ ਕਰਾਂਗੇ ਪੁੰਨ ਲੱਗੂਗਾ। ਤੋ ਇਸ ਕਰਕੇ ਫਿਰ ਭਰੀ ਹੈ ਮਤ ਪਾਪਾਂ ਕੇ ਸੰਗ। ਅਤੇ ਜਦੋਂ ਇਹ ਬੁੱਧੀ ਜਿਹੜੀ ਹੈ ਪਾਪਾਂ ਦੇ ਨਾਲ ਭਰੀ ਹੋਵੇ ਅਤੇ ਉਸ ਨੂੰ ਧੋਣਾ ਕਿਵੇਂ ਹੈ, ਉਹ ਦੱਸਦੇ ਹਨ ਕਿ ਉਹ ਧੁੱਪੈ ਨਾਵੈ ਕੈ ਰੰਗ। ਕਹਿੰਦੇ ਸਿੱਧੋ ਉਹ ਫਿਰ ਇਹਦੇ ਵਿੱਚ ਇਹ ਦੋ ਤਿੰਨ ਚੀਜ਼ਾਂ ਹਨ। ਇੱਥੇ ਪਹਿਲਾ ਅਰਥ ਦੂਸਰੇ ਅਰਥ ਵਿੱਚ ਬਰੀਕੀ ਤੱਕ ਹੋ ਜਾਊਗਾ। ਕਹਿੰਦੇ ਨਾਮ ਦੇ ਰੰਗ ਪ੍ਰੇਮ ਦੇ ਨਾਲ ਹੀ ਧੋਤੀ ਜਾ ਸਕਦੀ ਹੈ। ਇਹ ਮੈਲ ਸੂਖਮ ਹੈ। ਮਿੱਟੀ ਘਟਾ ਅਸਥੂਲ ਸੀ, ਹੱਥ ਪੈਰ ਅਸਥੂਲ ਸੀ। ਅਸਥੂਲ ਮੈਲ ਅਸਥੂਲ ਪਦਾਰਥ ਨਾਲ ਲੈ ਗਈ, ਪਾਣੀ ਨਾਲ ਲੈ ਗਈ। ਬਸਤਰ ਵੀ ਅਸਥੂਲ ਹੈ, ਉਹਦੀ ਮੈਲ ਵੀ ਅਸਥੂਲ ਹੈ। ਪਿਸ਼ਾਬ ਲੱਗ ਗਿਆ, ਸਾਬਣ ਨਾਲ ਧੋ ਕੇ ਦੂਰ ਕਰ ਦਿੱਤੀ। ਕਹਿੰਦੇ ਇਸੇ ਤਰ੍ਹਾਂ ਫਿਰ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਅੰਦਰ ਪ੍ਰੇਮ ਹੋਣਾ, ਇਹਦਾ ਤਾਂ ਬਣਾਓ ਪਾਣੀ। ਪਰਮੇਸ਼ਰ ਦਾ ਨਾਮ ਹੈ ਜਿਹੜਾ, ਇਹ ਹੈ ਸਾਬਣ ਦੀ ਨਿਆਈ। ਅਤੇ ਪਰ ਇੱਕ ਫਰਕ ਹੈ। ਉਹ ਫਰਕ ਇਹ ਹੈ ਕਿ ਕੱਪੜੇ ਦੇ ਵਿੱਚੋਂ
ਮੈਲ ਤੇ ਜਰਮ ਜਿਹੜੇ ਨੇ ਉਹ ਸਾਰੇ ਸਾਬਣ ਕੱਢ ਦਿੰਦੀ ਹੈ। ਪਰ ਨਾਮ ਦੇ ਸਾਬਣ ਦਾ ਬਾਹਰ ਦੇ ਸਾਬਣ ਨਾਲ ਕੋਈ ਮੁਕਾਬਲਾ ਨਹੀਂ ਬਣਦਾ। ਦਸ਼ਟਾਂਤ ਦਾ ਹੁਣ ਇਹਨੂੰ ਵਿਚਾਰ ਨਾਲ ਦੇਖੋ ਵੀ ਮੈਲ ਤਾਂ ਕੱਢ ਦੂ ਸਾਬਣ, ਪਰ ਜਿਸ ਵੇਲੇ ਮੈਲ ਕੱਢ ਦਿੱਤੀ ਆਪ ਵੀ ਕੱਪੜੇ ਦੇ ਵਿੱਚੋਂ ਬਾਹਰ ਨਿਕਲ ਜਾਂਦਾ, ਮੈਲ ਦੇ ਨਾਲ ਹੀ ਬਾਹਰ ਨਿਕਲ ਜਾਂਦਾ। ਕੀ ਫਿਰ ਨਾਮ ਜਿਹੜਾ ਹੈ ਉਹ ਮੈਲ ਕੱਢ ਕੇ ਬਾਹਰ ਨਿਕਲ ਜਾਂਦਾ? ਦਸ਼ਟਾਂਤ ਤਾਂ ਇਹ ਹੈ ਨਾ, ਨਹੀਂ। ਇਹਦਾ ਜਵਾਬ ਪੰਜਵੇਂ ਜਾਮੇ 'ਚ ਦਿੱਤਾ ਮਹਾਰਾਜ ਨੇ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਹੇ ਸਮਾਏ। ਬਾਹਰ ਦੇ ਸਾਬਣ ਨਾਲੋਂ ਨਾਮ ਦਾ ਇਹ ਫਰਕ ਹੈ, ਨਾਮ ਮੈਲ ਨੂੰ ਕੱਢ ਕੇ ਬਾਹਰ ਭੇਜ ਦਿੰਦਾ ਤੇ ਆਪ ਅੰਦਰ ਹੀ ਰਹਿ ਜਾਂਦਾ ਹੈ। ਸਾਬਣ ਮੈਲ ਕੱਢ ਦਿੰਦਾ ਪਰ ਆਪ ਵੀ ਬਸਤਰ ਤੋਂ ਬਾਹਰ ਨਿਕਲ ਜਾਂਦਾ ਹੈ। ਇਸ ਕਰਕੇ ਸਮਾਨਤਾ ਨਹੀਂ ਬਣਦੀ, ਪਰ ਦਸ਼ਟਾਂਤ ਦਾ ਇੱਕ ਪੱਖ ਲੈ ਕੇ ਗੱਲ ਕੀਤੀ ਜਾਂਦੀ ਹੈ। ਤੋ ਇਸ ਕਰਕੇ ਉਹ ਧੋਪੈ ਕਿਵੇਂ ਨਾਵਾ ਕੇ ਰੰਗ, ਕਿਸ ਤਰੀਕੇ ਦੇ ਨਾਲ ਕਹਿੰਦੇ ਸਤਿਗੁਰੂ ਮਹਾਰਾਜ ਸਾਹਿਬ ਜੀ ਤਾਂ ਹੈ ਦਰਿਆ, ਇਹ ਅਲੰਕਾਰ ਹੈ ਜੀ। ਸਤਿਗੁਰੂ ਨੂੰ ਸਮਝ ਲਓ ਵੀ ਗੁਰੂ ਦਰਿਆ ਦੀ ਨਿਆਈਆਂ, ਨਾਮ ਗਿਆਨ ਦਾ ਪ੍ਰੇਮ ਦਾ ਅਥਾਹ ਜਲ ਵਹਿ ਰਿਹਾ ਹੈ, ਲਹਿਰਾਂ ਵਹਿ ਰਹੀਆਂ ਦਰਿਆ ਦੇ। ਪੁਰਾਣੇ ਦਰਿਆ ਬਹੁਤ ਪਵਿੱਤਰ ਹੁੰਦੇ ਸੀ, ਹੁਣ ਮਨੁੱਖ ਨੇ ਮੈਲੇ ਕਰ ਲਏ। ਲੋਕੀ ਕੱਪੜੇ ਧੋਣ ਵਾਸਤੇ ਨਦੀਆਂ ਦੇ ਕਿਨਾਰੇ ਜਾਇਆ ਕਰਦੇ ਸੀ, ਨਹੀਂ ਸੀ ਸਾਧਨ ਇਹ, ਖੂਹਾਂ ਤੋਂ ਵੀ ਪਹਿਲਾਂ ਦੀ ਗੱਲ ਹੈ। ਤੋ ਫਿਰ ਉੱਥੇ ਜਾ ਕੇ ਕੀ ਕਰਦੇ, ਘਾਟ ਬਣੇ ਹੁੰਦੇ ਸੀ ਕੱਪੜੇ ਧੋਣ ਦੇ, ਤੇ ਉਹਨਾਂ ਘਾਟਾਂ ਦੇ ਉੱਤੇ ਫਿਰ ਧੋਬੀਆਂ ਨੇ ਬੜੇ ਬੜੇ ਪਟੜੇ ਜਾਂ ਪੱਥਰ ਦੀਆਂ ਸਿਲਾਂ ਰੱਖੀਆਂ ਹੁੰਦੀਆਂ ਸੀ। ਪਹਿਲਾਂ ਕੱਪੜੇ ਨੂੰ ਪਾਣੀ ਵਿੱਚ ਭਿਓ ਲੈਣਾ, ਫਿਰ ਉਹਦੇ 'ਤੇ ਰੱਖ ਕੇ ਸਾਬਣ ਲਾ ਕੇ, ਔਰ ਜੇ ਕੱਪੜਾ ਥੋੜ੍ਹਾ ਜਿਹਾ ਵੀ ਸੁੱਕਾ ਰਹਿ ਜਾਵੇ, ਹੁਣ ਵੀ ਦੇਖ ਲਓ ਤੁਸੀਂ, ਕੱਪੜਾ ਸੁੱਕਾ ਰਹਿ ਜਾਵੇ ਪਾਣੀ ਨਾ ਲੱਗੇ ਉਹਨੂੰ, ਸੁੱਕੇ ਕੱਪੜੇ 'ਤੇ ਜਿੰਨਾ ਮਰਜ਼ੀ ਤੁਸੀਂ ਸਾਬਣ ਘਸਾਈ ਜਾਇਓ, ਮੈਲ ਤਾਂ ਇੱਕ ਪਾਸੇ ਰਹਿ ਗਈ ਵੀ ਨਿਕਲ ਜਾਊਗੀ। ਉਹ ਸਾਬਣ ਵੀ ਜਿਹੜਾ ਨਾ ਬਸਤਰ ਦਾ ਰੂਪ ਵਿਗਾੜ ਦਿੰਦਾ, ਸਮਾਂ ਹੋਰ ਹੀ ਤਰ੍ਹਾਂ ਦਾ ਹੋ ਜਾਂਦਾ। ਇਹ ਮਰਿਆਦਾ ਵੀ, ਕੱਪੜਾ ਨੱਕੋ ਨੱਕ ਪਾਣੀ 'ਚ ਭਰਿਆ ਹੋਵੇ ਫਿਰ ਸਾਬਣ ਪੂਰਾ ਕੰਮ ਕਰਦੀ ਹੈ। ਪਰਮੇਸ਼ਰ ਦਾ ਜਿਹੜਾ ਨਾਮ ਰੂਪੀ ਸਾਬਣ ਹੈ, ਇਹ ਸੁੱਕਾ ਇਕੱਲਾ ਹੀ ਨਹੀਂ ਕੰਮ ਕਰਦਾ ਹੈ। ਸਾਡਾ ਮਨ ਹੈ ਜਿਹੜਾ ਉਹ ਭਗਤੀ ਕਨੀ ਤੇ ਸੁੱਕਾ ਪਿਆ, ਬੁੱਧ ਸੁੱਕੀ ਪਈ ਹੈ, ਨਾਮ ਦਾ ਸਾਬਣ ਘਸਾ ਰਹੇ ਹੈ, ਮੈਲ ਨਹੀਂ ਨਿਕਲ ਰਹੀ। ਨਿਕਲੇਗੀ ਕਿਵੇਂ? ਪਰਮਾਤਮਾ ਦੇ ਪ੍ਰੇਮ ਦੇ ਵਿੱਚ ਪਹਿਲਾਂ ਅਸੀਂ ਇਸ ਨੂੰ ਨੱਕੋ ਨੱਕ, ਜਿਹੜੀ ਇੰਨਾ ਪ੍ਰੇਮ ਇਹਦੇ 'ਚ ਰੱਬ ਦਾ ਭਰ ਦੇਣਾ ਕਿ ਜਿਹੜਾ ਨਾ ਬੱਚਿਆਂ ਦਾ ਉਹਨਾਂ ਪ੍ਰੇਮ ਹੋਵੇ, ਨਾ ਘਰ ਵਾਲੀ ਘਰ ਵਾਲੇ ਦਾ, ਨਾ ਮਾਇਆ ਦਾ, ਨਾ ਸੰਸਾਰ ਦਾ, ਨਾ ਪਦਾਰਥਾਂ ਦਾ, ਨਾ ਵਿਸ਼ੇ ਵਿਕਾਰਾਂ ਦਾ, ਕਿਉਂਕਿ ਉਹ ਹੋਰ ਪਦਾਰਥਾਂ ਦੀ ਨਹੀਂ, ਹੋਰ ਪ੍ਰੇਮ ਹੈ ਉਹ। ਜਦੋਂ ਨਾਮ ਰੂਪੀ ਪ੍ਰੇਮ ਦੇ ਨਾਲ ਸਾਡਾ ਇਹ ਵਰਤਨ ਅੰਤਿਸ਼ ਕਰਨ ਦਾ ਪੂਰਾ ਭਰ ਜਾਊਗਾ, ਫਿਰ ਨਾਮ ਦਾ ਸਾਬਣ ਜਿਹੜਾ ਹੈ, ਪ੍ਰੇਮ ਦੇ ਪਾਣੀ ਦੇ ਵਿੱਚ ਨਾਮ ਦਾ ਸਾਬਣ ਕੰਮ ਕਰਦਾ ਹੈ। ਫਿਰ ਉਹ ਜਿਹੜਾ ਹੈ ਗੁਰੂ ਦਰਿਆ ਦੇ ਜਾ ਕੇ, ਫਿਰ ਜਾ ਕੇ ਕੀ ਕਰਨਾ, ਸਤ ਸੰਗਤ ਦਾ ਘਾਟ। ਗੁਰੂ ਤਾਂ ਹੋ ਗਏ ਨਾ, ਗੁਰੂ ਗ੍ਰੰਥ ਸਾਹਿਬ ਜੀ ਨੇ, ਇਹ ਤਾਂ ਹੋ ਗਏ ਦਰਿਆ ਦੀ ਨਿਆਈ। ਆ ਹੁਣ ਸਤ ਸੰਗਤ ਹੋ ਰਹੀ ਹੈ, ਇਹ ਘਾਟ ਹੈ ਜਿਹਦੇ 'ਤੇ ਕੱਪੜੇ ਧੋਣ ਵਾਸਤੇ ਲੋਕ ਆਉਂਦੇ ਆ। ਅਸੀਂ ਆਪਣੇ ਕੱਪੜੇ ਧੋਣਾ ਹੈ, ਮੈਂ ਵੀ ਤੇ ਤੁਸੀਂ ਵੀ। ਪਰਮਾਤਮਾ ਦੇ ਪ੍ਰੇਮ ਦੇ ਵਿੱਚ ਜੇ ਅਸੀਂ ਇਹਨੂੰ ਚੰਗੀ ਤਰ੍ਹਾਂ ਭਿਉਂ ਲਿਆ, ਭਿੱਜ ਗਿਆ ਮਨ ਸਾਚ ਕਹੂੰ ਸੁਣ ਲਿਓ ਸਭੈ ਜਿਨੇ ਪ੍ਰੇਮ ਕੀਓ ਤੇ ਨਹੀਂ ਪਰ ਪਾਇਓ। ਫਿਰ ਨਾਮ ਦਾ ਸਾਬਣ, ਉਕਤੀਆਂ ਜੁਗਤੀਆਂ ਦੀਆਂ ਮੁਕਤੀਆਂ ਦੇ ਕੇ, ਅਭਿਆਸ ਦੇ ਝੱਲੇ ਦੇ ਕੇ, ਇਹ ਅਸੀਂ ਮੈਲ ਕੱਢਣੀ ਹੈ ਸਾਰੀ। ਮੈਲ ਕੱਢ ਕੇ ਫਿਰ ਭਗਤੀ ਦੀ ਧੁੱਪ ਦੇ ਵਿੱਚ ਸੁਕਾਉਣਾ ਹੈ, ਜਾਂ ਜਪ ਤਪ ਦਾ ਸੇਕ ਦੇ ਕੇ ਸੁਕਾਉਣਾ ਹੈ, ਤੇ ਫਿਰ ਉਹ ਬਸਤਰ ਪਰਮਾਤਮਾ ਦੇ ਪਹਿਨਣ ਜੋਗਾ ਹੋ ਜਾਂਦਾ ਹੈ। ਇਸ ਕਰਕੇ ਫਰਮਾਨ ਕੀਤਾ, ਗੁਰ ਦਰਿਆਓ ਸਦਾ ਜਲ ਨਿਰਮਲ, ਮਿਲਿਆ ਦੁਰਮਤ ਮੈਲ ਹਰੈ। ਗੁਰੂ ਦਰਿਆ ਦੀ ਨਹੀਂ ਆਈ ਭਾਈ, ਮੈਲ ਦੂਰ ਕਰਦਾ ਇਹ ਜਿਹੜਾ ਪ੍ਰਮਾਣ ਦਿੱਤਾ ਹੈ। ਲਾਗੀ ਮੈਲ ਮਿਟੈ ਸਚ ਨਾਏ, ਜੋ ਸਾਬਨ ਕਾਪਰ ਊਜਲ ਹੋਤ, ਨਾਮ ਜਪਤ ਸਭ ਭ੍ਰਮ ਭਉ ਖੋਤ। ਇਹ ਪ੍ਰਮਾਣ ਦਿੱਤੇ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਅਰਥ ਨੂੰ ਸਪਸ਼ਟ ਕਰਨ ਲਈ ਗੁਰਬਾਣੀ ਦੇ ਪ੍ਰੇਮ ਦੇ ਨਾਲ ਸਹਿਤ ਆਪਾਂ ਪ੍ਰਮਾਣ ਦਈਏ, ਸਮਝੀਏ, ਸਿੱਧ ਹੋ ਜਾਂਦਾ। ਮਾਰੇ ਕਹਿੰਦੇ ਆਹ ਹੈ ਸਾਡੇ ਵਿੱਚ ਸਿੱਧ ਲਾਜਵਾਬ ਹੋ ਗਏ। ਹੁਣ ਸਿੱਧਾਂ ਨੂੰ ਵੀ ਪ੍ਰਤੀਤ ਹੋਣ ਲੱਗਿਆ ਵੀ ਸਾਡੇ ਯੋਗ ਨਾਲੋਂ ਤਾਂ ਤਰੀਕਾ ਇਹਨਾਂ ਦਾ ਵਧੀਆ।
ਪਰ ਅਜੇ ਹੱਠ ਹੈ, ਮੰਨਦੇ ਨਹੀਂ ਹੁੰਦੇ ਇਹ ਲੋਕ। ਕਹਿਣ ਲੱਗੇ ਜੀ ਚਲੋ ਠੀਕ ਹੈ, ਅਸੀਂ ਤੁਹਾਡੀ ਗੱਲ ਮੰਨਦੇ ਹਾਂ, ਪਰ ਜਿਹੜਾ ਨਾਮ ਨੂੰ ਕਹਿਣ ਵਾਲੇ ਨੇ, ਨਾਮ ਜਪਣ ਵਾਲੇ, ਨਾਮ ਲੈਂਦੇ ਨੇ, ਉਹਨਾਂ ਨੂੰ ਪੁੰਨੀ ਆਖੀਦਾ ਕਿ ਪਾਪੀ ਆਖੀਦਾ? ਕੀ ਕਹਿਣਾ ਬਣਦਾ? ਮਹਾਰਾਜ ਜੀ ਹੱਸ ਕੇ ਕਹਿੰਦੇ, ਸਿੱਧੋ ਤੁਹਾਡਾ ਪ੍ਰਸ਼ਨ ਉਚਿਤ ਹੈ, ਯੋਗ ਹੈਗਾ। ਅੱਜ ਤੱਕ ਕਿਸੇ ਗ੍ਰੰਥ ਨੇ ਕਿਹਾ ਵੀ ਨਾਮ ਜਪਣ ਵਾਲੇ ਨੂੰ ਪਾਪੀ ਕਹਿ ਦੇਵੇ? ਤੁਹਾਡਾ ਤਾਂ ਸਵਾਲ ਹੀ ਗਲਤ ਹੈ। ਪਰ ਹੁਣ ਤੁਸੀਂ ਧਿਆਨ ਦੇ ਨਾਲ ਸੁਣੋ, ਇਹਦਾ ਉੱਤਰ ਦਿੰਦੇ ਹਨ। ਪੁੰਨੇ ਪਾਪੀ ਆਖਣ ਨਾਹੇ। ਸਿੱਧੋ ਧਿਆਨ ਨਾਲ ਸੁਣੋ, ਜੇ ਪ੍ਰਸ਼ਨ ਕੀਤਾ ਹੈ, ਉਹ ਨਾਮ ਜਪਣ ਵਾਲੇ ਜੇ ਸਕਾਮੀ, ਉਹ ਸਕਾਮੀ ਨਹੀਂ ਹਨ, ਯਾਨੀ ਕਾਮਨਾ ਨਹੀਂ ਹੈ ਉਹਨਾਂ ਨੂੰ, ਸਹਿਤ ਕਾਮਨਾ ਦੇ ਕੋਈ ਪੁੰਨ ਨਹੀਂ ਕਰ ਰਹੇ ਹੋ, ਤਾਂ ਫਿਰ ਪੁੰਨੀ ਕਿਵੇਂ ਹੋ ਸਕਦੇ ਨੇ? ਉਹ ਕਾਮਨਾ ਹੀ ਨਹੀਂ ਹੈ, ਪੁੰਨ ਦਾ ਫਲ ਨਹੀਂ ਮਿਲਣਾ। ਤੇ ਫਿਰ ਜੇ ਵਰਤਮਾਨ ਸਮੇਂ ਦੇ ਅੰਦਰ ਉਹਨਾਂ ਨੇ ਪਾਪਾਂ ਤੋਂ, ਗੁਨਾਹਾਂ ਤੋਂ ਤੋਬਾ ਕਰ ਲਿਆ ਤੇ ਪਿਛਲੇ ਪਾਪਾਂ ਦੀ ਮੈਲ ਜਿਹੜਾ ਨਾਮ ਦੁਆਰਾ ਧੋ ਦਿੱਤੀ, ਤੇ ਫਿਰ ਤੁਸੀਂ ਦੱਸੋ, ਉਹ ਨਾ ਪੁੰਨੀ ਨਾ ਪਾਪੀ ਆਖਣ ਨਾਹੇ ਆਖਿਆ ਨਹੀਂ ਜਾ ਸਕਦਾ। ਪਾਪ ਕਰਦੇ ਨਹੀਂ, ਇਸ ਕਰਕੇ ਆਖੇ ਨਹੀਂ ਜਾ ਸਕਦੇ। ਆਖਣ ਨਾਹੇ, ਕੀ ਨਹੀਂ ਆਖਣ? ਨਾਮ ਨਾ ਆਖਣ, ਤਾਂ ਉਹ ਪੁੰਨ ਭਾਵੇਂ ਕਰਦੇ ਹੋਣ, ਉਹ ਪੁੰਨੀ ਵੀ ਪਾਪੀ ਕਹੇ ਜਾਂਦੇ ਨੇ। ਪੁੰਨੀ ਪਾਪੀ ਆਖਣ, ਉਹਨਾਂ ਨੂੰ ਆਖਿਆ ਜਾਏਗਾ, ਕਿਉਂਕਿ ਗ੍ਰੰਥਾਂ 'ਚ ਲਿਖਿਆ ਹੈ, ਜਿਵੇਂ 16 ਆਨੇ ਦਾ ਰੁਪਈਆ ਪੂਰਾ ਹੁੰਦਾ ਹੈ, 20 ਵਿਸਵੇ ਦਾ ਬਿੱਘਾ ਪੂਰਾ ਹੋ ਜਾਂਦਾ ਹੈ, 100 ਤੇ ਗਿਣਤੀ ਪੂਰੀ ਹੋ ਜਾਂਦੀ ਹੈ, 40 ਤੇ ਸ਼ੇਰ ਪੂਰੇ ਹੋ ਜਾਂਦੇ ਨੇ। ਇਹ ਪੂਰਨਤਾ ਦੇ ਵਾਚਕ ਸ਼ਬਦ ਨੇ। ਇੱਕ ਤਾਂ ਗ੍ਰੰਥ 'ਚ ਲਿਖਿਆ ਹੈ ਕਿ 16 ਆਨੇ ਪਾਪ ਕੀ ਹੈ, ਜਾਣੀ ਪੂਰਾ ਪਾਪ ਕੀ ਹੈ, ਤੇ 16 ਆਨੇ ਪੁੰਨ ਕੀ ਹੈ। ਕਹਿੰਦੇ ਪਰਮਾਤਮਾ ਦੀ ਹੋਂਦ ਨੂੰ ਮੁੱਕਰ ਜਾਣਾ ਕਿ ਰੱਬ ਹੈ ਹੀ ਨਹੀਂ, ਕਹਿੰਦੇ ਇਦੋਂ ਵੱਡਾ ਕੋਈ ਪਾਪ ਨਹੀਂ, ਇਹ ਪੂਰਾ ਪਾਪ ਹੈ। ਬਾਕੀ ਦੁਆਨੀ, ਚੁਆਨੀ, ਅਠਿਆਨੀ, 12 ਆਨੇ ਐਨ ਪਾਪ ਹੈ। ਪਰਮਾਤਮਾ ਨੂੰ ਮੰਨ ਲੈਣਾ ਕਿ ਪਰਮਾਤਮਾ ਹੈ, ਪਰ ਮੇਰੇ ਤੋਂ ਜਪਿਆ ਨਹੀਂ ਜਾਂਦਾ, ਮੇਰੀ ਉਹਦੇ ਤੱਕ ਪਹੁੰਚ ਨਹੀਂ, ਉਹ ਸਭ ਤੋਂ ਵੱਡਾ ਪੁੰਨੀ ਹੈ। ਐਸੇ ਨਿਸ਼ਚੇ ਨੂੰ ਕਰਨ ਵਾਲਾ ਪੁੰਨੀ ਹੈ। ਇਸ ਕਰਕੇ ਪੁੰਨੀ ਤੇ ਪਾਪੀ ਦੀ ਬਾਤ ਇੱਕ ਹੀ ਹੈ। ਤੇ ਜਿਹੜੇ ਨਾਮ ਨਹੀਂ ਜਪਦੇ, ਪੁੰਨ ਤਾਂ ਕਰ ਰਹੇ ਨੇ, ਤੇ ਕਹਿੰਦੇ ਪਾਪੀ ਆਖਣ, ਕਹਿੰਦੇ ਉਹਨਾਂ ਨੂੰ ਵੀ ਪਾਪੀ ਕਿਹਾ ਜਾਏਗਾ, ਕਿਉਂਕਿ ਪਾਪ ਹੈ ਵੱਡਾ, ਰੱਬ ਨੂੰ ਮੰਨ ਨਹੀਂ ਰਹੇ। ਕਹਿੰਦੇ ਅਸੀਂ ਤਾਂ ਪੁੰਨ ਕਰਕੇ ਮੁਕਤ ਹੋ ਜਾਵਾਂਗੇ, ਨਹੀਂ। ਔਰ ਜਿਹੜੇ ਪਾਪ ਕਰਕੇ, ਪਾਪ ਕਰਨ ਵਾਲੇ ਜਿਹੜੇ ਲੋਕ ਨੇ, ਉਹਨਾਂ ਨੂੰ ਕਹੀਏ ਨਾਮ ਜਪ ਲਓ, ਉਹ ਕਹਿੰਦੇ ਜੀ ਕਾਹਦੇ ਲਈ? ਸਾਨੂੰ ਰੱਬ ਨੇ ਦਿੱਤਾ ਹੀ ਕੀ ਹੈ? ਫਲਾਣੇ ਨੂੰ ਕੋਠੀਆਂ ਦਿੱਤੀਆਂ, ਕਾਰਾਂ ਦਿੱਤੀਆਂ, ਸਾਨੂੰ ਕੀ ਦਿੱਤਾ ਹੈ? ਤੇ ਉਹ ਪੁੰਨੀ ਤੇ ਪਾਪੀ ਦੋਨੇ ਨਹੀਂ ਆਖਦੇ ਨਾਮ ਪਰਮੇਸ਼ਰ ਨੂੰ। ਪੁੰਨੀ ਕਹਿੰਦੇ ਅਸੀਂ ਪੁੰਨ ਕਰਕੇ ਤਰ ਜਾਂਗੇ, ਉਹ ਪਾਪੀ ਜਿਹੜੇ ਨੇ ਕਹਿੰਦੇ ਜਿਹੜੇ ਨਾਮ ਜਪਦੇ ਨੇ, ਆਖਣ ਪਰਮੇਸ਼ਰ ਦਾ ਨਾਮ ਜਪਦੇ ਨੇ, ਕਹਿੰਦੇ ਉਹ ਪਾਪੀ ਵੀ ਪੁੰਨੀ ਹੋ ਜਾਂਦੇ ਨੇ। ਕਿੰਨੇ ਕੁ ਪੁੰਨ ਹੋ ਜਾਂਦੇ ਨੇ? ਕਹਿੰਦੇ ਆਖਣ ਨਾ ਹੀ ਕਹੇ ਨਹੀਂ ਜਾ ਸਕਦਾ ਕਿੰਨੇ ਕੁ ਪੁੰਨ ਪ੍ਰਾਪਤ ਹੋ ਗਏ ਉਹਨਾਂ ਨੂੰ। ਤੋ ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਪਰਮੇਸ਼ਰ ਦਾ ਨਾਂ ਹੈ, ਜਿਹੜਾ ਪਰਮੇਸ਼ਰ ਦਾ ਨਾਮ ਹੈ, ਉਹਦੀਆਂ ਐਡੀਆਂ ਬੜੀਆਂ ਬਰਕਤਾਂ। ਪਤਤ ਪਨੀਤ ਅਸੰਖ ਹੋਏ, ਹਰ ਚਰਨੀ ਮਨ ਲਾਗ। ਗਨਕਾ ਬਿਆਦ ਬਾਲਮੀਕ ਅਜਾਮਲ, ਕਹਿੰਦੇ ਅਣਗਿਣਤ ਲੋਕ ਪਾਪੀਆਂ ਤੋਂ ਪੁੰਨੀ ਹੋ ਗਏ, ਜਿਹੜੇ ਆਖਣ ਨਾ ਹੀ ਕਹੇ ਨਹੀਂ ਜਾ ਸਕਦੇ, ਇੰਨੇ ਤਰ ਗਏ। ਗੁਰਬਾਣੀ 'ਚ ਪ੍ਰਮਾਣ ਹੁੰਦਾ ਹੈ, ਜੋ ਜੋ ਨਾਮ ਜਪੈ ਅਪਰਾਧੀ, ਸਭ ਤਿਨ ਕੇ ਦੋਖ ਪਰ ਹਰੇ। ਉਹਨਾਂ ਦੇ ਦੋਖ ਨਾਸ ਹੋ ਗਏ। ਬੇਸੁਆ ਰਵਤ ਅਜਾਮਲ ਉਦਰਿਓ, ਮੁਖ ਬੋਲੇ ਨਾਰਾਇਣ ਹਰੇ ਨਰ ਹਰੇ। ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ, ਪਤਤ ਪਵਿੱਤ ਪਹਿ ਰਾਮ ਕਹਿਤ ਹੀ। ਤਾਰੀ ਲੈ ਗਨਕਾ ਬਿਨ ਰੂਪ ਕੁਬਜਾ, ਬਿਆਦ ਅਜਾਮਲ ਤਾਰੀਆ ਲੈ। ਕਿੰਨੇ ਤਰ ਗਏ, ਕਿੰਨੇ ਤਰੇ। ਕਹਿੰਦੇ ਪਾਪੀਆਂ ਤੋਂ ਪੁੰਨੀ ਕਿੰਨੇ ਕੁ ਹੋ ਗਏ ਨਾਮ ਜਪ ਕੇ, ਆਖਣ ਨਾ ਹੈ ਕਹੇ ਨਹੀਂ ਜਾ ਸਕਦੇ। ਚੰਦਰਮਣੀ ਨਾਮ ਦੀ ਇੱਕ ਬੇਸਵਾ ਹੋਈ ਹੈ। ਇਹ ਜੀ ਦਾ ਭਾਈ ਗੁਰਦਾਸ ਨੇ ਜਾਂ ਗੁਰਬਾਣੀ ਚ ਆਉਂਦੇ ਨੇ, ਬੇਸਵਾ ਇਹ 3 ਹੋਈਆਂ ਨੇ, ਪਰ ਇੱਥੇ ਜਿਹਦਾ ਪ੍ਰਸੰਗ ਹੈ ਚੰਦਰਮਣੀ ਇਹਦਾ ਨਾਂ ਸੀ। ਧਨ ਦੀ ਪ੍ਰਾਪਤੀ ਵਾਸਤੇ
ਸੈਂਕੜੇ ਹਜ਼ਾਰਾਂ ਲੋਕਾਂ ਦੇ ਘਰ ਉਜਾੜੇ ਇਸ ਬੇਸਵਾ ਨੇ। ਪਤੀਵਰਤਾ ਔਰਤਾਂ ਦੇ ਸੁਹਾਗ ਵਿਗਾੜ ਕੇ ਰੱਖ ਦਿੱਤੇ। ਧੰਦਾ ਕਰਦੀ ਸੀ ਕੋਠਿਆਂ ਦੇ ਬਹਿ ਕੇ, ਜਿਉਂ ਵਿਧਵਾ ਤਨ ਪਰ ਕੋ ਦੇਈ, ਕਾਮ ਦਾਮ ਚਿਤ ਪਰਵਸਈ। ਦਮੜਿਆਂ ਦੇ ਬਾਲੇ ਆਪਣਾ ਤਨ ਵੇਚ ਰਹੀ ਸੀ। ਕੁਦਰਤ ਬੜੀ ਬੇਅੰਤ ਹੈ। ਸਰਦੀ ਦਾ ਮੌਸਮ ਸੀ, ਕਿਤੇ ਗੜੇ ਪੈਣ ਲੱਗ ਪਏ, ਬਾਰਿਸ਼ ਬਹੁਤ ਤਿੱਖੀ ਹੋ ਗਈ। ਮਹਾਤਮਾ ਰਹਿੰਦੇ ਸੀ ਬਾਹਰ, ਕੁਟੀਆ 'ਚ ਪਾਣੀ ਭਰ ਗਿਆ ਤੇ ਤੋਤਾ ਭੁੱਖਾ ਹੈ। ਕਹਿੰਦੇ ਮੈਂ ਤਾਂ ਭੁੱਖ ਕੱਟ ਲੂੰ, ਇਹ ਵਿਚਾਰਾ ਜੀਵ ਹੈ। ਉਹ ਤੋਤੇ ਦੁਆਰਾ ਹੀ ਨਾਮ ਜਪਦੇ ਸੀ। ਤੇ ਤੋਤਾ ਇੱਕ ਜਾਨਵਰ ਐਸਾ ਹੈ, ਸਾਇੰਸਦਾਨਾਂ ਨੇ ਤਾਂ ਉਹਦੇ ਦਿਮਾਗ ਦਾ ਸਾਰਾ ਨਿਰੀਖਣ ਕੀਤਾ ਵੀ ਕਿੰਨੇ ਸ਼ਬਦ ਇਹ ਜ਼ਬਾਨੀ ਚੇਤੇ ਕਰ ਸਕਦਾ। ਇੱਕ ਤੋਤੇ ਦੇ ਜਪਜੀ ਸਾਹਿਬ ਚੇਤੇ ਕੀਤਾ ਹੋਇਆ ਇਸ ਗੁਰਮੁਖ ਨੇ ਦੱਸਿਆ ਵੀ ਮੈਂ ਸੁਣਿਆ ਜਪਜੀ ਸਾਹਿਬ ਦਾ ਪਾਠ ਕਿਸੇ ਗੁਰਸਿੱਖ ਨੇ ਸਾਰਾ ਕੰਠ ਕਰਾ ਦਿੱਤਾ। ਕਹਿੰਦਾ ਜਵਾਨ ਤਾਂ ਸੀ ਤੁਤਲੀ ਜੀ, ਅਸ਼ੰਖ ਜਪ ਅਸ਼ੰਖ ਭਾਉ ਵੀ ਅਸੰਖ ਨਹੀਂ ਸੀ ਕਹਿ ਹੁੰਦਾ। ਕਹਿੰਦਾ ਮੈਂ ਹੈਰਾਨ ਹੋ ਗਿਆ। ਵਾਹਿਗੁਰੂ ਵਾਹਿਗੁਰੂ ਕਹਿਣ ਵਾਲਾ ਤੋਤਾ ਤਾਂ ਆਪਣੇ ਜਥੇ ਨਹੀਂ ਦੇਖਿਆ, ਕੋਲ ਜਾ ਕੇ ਦੇਖਿਆ। ਉਹ ਭਾਈ ਸਾਹਿਬ, ਮੈਂ ਉਹਨੂੰ ਕਹਿ ਬੈਠਿਆ, ਮੈਂ ਕਿਹਾ ਵੀ ਬੜੇ ਕਰਮਾਂ ਵਾਲਿਓ, ਤੁਸੀਂ ਤੋਤੇ ਨੂੰ ਨਾਮ ਜਪਾ ਦਿੱਤਾ। ਰੋਣ ਲੱਗ ਗਿਆ। ਕਹਿੰਦਾ ਬਾਬਾ ਜੀ ਤੋਤਾ ਸਾਨੂੰ ਨਾਮ ਜਪਾ ਰਿਹਾ ਹੈ, ਜੇ ਨਾ ਸੀ ਕਹਿੰਦੇ ਆਵਾਜ਼ਾਂ ਮਾਰਨ ਲੱਗ ਜਾਂਦਾ ਹੈ, ਵਾਹਿਗੁਰੂ 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 ਦਾ ਧਾਮ। ਤੋ ਇਸ ਕਰਕੇ ਉਹ ਮਹਾਤਮਾ ਕੋਲ ਸੀ ਤੋਤਾ। ਉਹਨੇ ਬੁੱਕਲ 'ਚ ਲਿਆ, ਮੀਂਹ ਪੈਂਦੇ, ਠੱਕਾ ਵਗਦਾ ਹੈ। ਬੇਸ਼ਵਾ ਦੇ ਦਰਵਾਜ਼ੇ ਦੇ ਅੱਗੇ ਮੂਹਰੇ ਬਰਾਂਡਾ ਸੀ, ਖੜਨ ਵਾਸਤੇ ਬਾਦਰਾ ਹੁੰਦਾ ਨਾ, ਜਿਹੜਾ ਬਾਦਰਾ ਸੀ, ਉੱਥੇ ਆ ਕੇ ਖੜ੍ਹ ਕੇ ਸਨ ਵੀ ਬਾਰਿਸ਼ ਹਟੂਗੀ, ਮੈਂ ਤੋਤੇ ਵਾਸਤੇ ਕੁਛ ਲੈ ਕੇ ਖਾ ਦੂੰ। ਹੁਣ ਬੇਸ਼ਵਾ ਨੇ ਦੇਖਿਆ ਵੀ ਕੋਈ ਗਾਹਕ ਆ ਗਿਆ। ਉਹਨੇ ਝਰੋਖੇ 'ਤੇ ਹੀ ਦੇਖਿਆ। ਉਹਨੇ ਕਿਹਾ ਵੀ ਹੱਦ ਹੋ ਗਈ ਹੈ, ਧਨੀ ਲੋਕ ਬੜੇ ਆਏ ਪਰ ਅੱਜ ਸੰਤ ਵੀ ਆ ਗਿਆ, ਮਨ ਹੈ। ਉਹਨੇ ਕਿਹਾ, ਉਹਨੇ ਉਸ ਦ੍ਰਿਸ਼ਟੀਕੋਣ ਤੋਂ ਦੇਖਿਆ ਜਿਹੜਾ ਧੰਦਾ ਸੀ ਉਹਦਾ। ਹੁਣ ਦ੍ਰਿਸ਼ਟੀ ਆਪਣੀ ਆਪਣੀ ਹੈ। ਬੇਸ਼ਵਾ ਨੇ ਵਿਸ਼ਾ ਦ੍ਰਿਸ਼ਟੀ ਨਾਲ ਦੇਖਿਆ, ਸੰਤ ਦੀ ਬ੍ਰਹਮਾਕਾਰ ਦ੍ਰਿਸ਼ਟੀ ਆ। ਬੂਹਾ ਖੋਲ ਕੇ ਜੇ ਹੇਠਾਂ ਆਈ, ਕਹਿਣ ਲੱਗੀ ਆਓ ਸੰਤ ਜੀ ਉੱਪਰ ਆ ਜਾਓ, ਇੱਥੇ ਕਿਉਂ ਖੜੇ ਹੋ, ਆ ਜਾਓ। ਉੱਪਰ ਲੈ ਕੇ ਅੰਗੀਠੀ ਬਾਲ, ਕਹਿੰਦੀ ਹਾਂ ਜੀ ਦੱਸੋ, ਸੇਵਾ ਦੱਸੋ। ਕਹਿੰਦੇ ਬੇਟੀ, ਜਦ ਕਿਹਾ ਬੇਟੀ ਸ਼ਬਦ, ਚੰਦਰਮਣੀ ਰੋਣ ਲੱਗ ਗਈ। ਸੰਤ ਕਹਿੰਦੇ ਬੇਟਾ ਰੋਂਦੀ ਕਿਉਂ ਹੈ? ਕਹਿੰਦੀ ਜੀ ਆਹ ਸ਼ਬਦ ਸੁਣਨ ਨੂੰ ਮੇਰੇ ਕੰਨ ਤਰਸੇ ਹੋਏ ਸੀ। ਜਿਨ੍ਹਾਂ ਦੀ ਮੈਂ ਧੀ ਹਾਂ, ਮੈਨੂੰ ਉਹਨਾਂ ਨੇ ਕਦੇ ਧੀ ਨਹੀਂ ਕਿਹਾ, ਕਿਉਂਕਿ ਮੇਰਾ ਧੰਦਾ ਇਹੋ ਜਿਹਾ ਹੈ। ਮਹਾਤਮਾ ਜੀ ਤੁਸੀਂ ਮੈਨੂੰ ਇੰਨੀ ਮੰਦੀ ਔਰਤ ਨੂੰ ਧੀ ਕਹਿ ਦਿੱਤਾ, ਮੈਂ ਤੁਹਾਨੂੰ ਪਤਾ ਮੈਂ ਕੌਣ ਹੈ? ਕਹਿੰਦੇ ਮੈਨੂੰ ਤਾਂ ਇੰਨਾ ਹੀ ਪਤਾ ਵੀ ਸਾਰੇ ਜੀਵ ਪਰਮਾਤਮਾ ਦੇ ਪੈਦਾ ਕੀਤੇ ਨੇ, ਸਾਰਿਆਂ 'ਚ ਪਰਮਾਤਮਾ ਹੈ। ਅਤੇ ਸਾਡਾ ਸਾਧੂਆਂ ਦਾ ਮਤ ਹੈ, ਵੱਡੀਆਂ ਨੂੰ ਮਾਤਾ ਸਮਝਦੇ ਹਾਂ, ਬਰਾਬਰ ਦੀਆਂ ਨੂੰ ਧੀਆਂ, ਛੋਟੀਆਂ ਨੂੰ ਅਸੀਂ ਧੀਆਂ ਸਮਝਦੇ ਹਾਂ, ਬਰਾਬਰ ਦੀਆਂ ਨੂੰ ਭੈਣਾਂ ਸਮਝਦੇ ਹਾਂ। ਤੂੰ ਮੇਰੇ ਧੀ ਦੇ ਮੁਤਾਬਕ ਇਸ ਕਰ ਮੈਂ ਤੈਨੂੰ ਧੀ ਕਿਹਾ। ਕਹਿੰਦੀ ਮਹਾਤਮਾ ਜੀ ਮੈਂ ਬੇਸਵਾ, ਤੁਹਾਨੂੰ ਵੀ ਕਲੰਕ ਲੱਗੇਗਾ ਮੇਰੇ ਆਉਣ ਨਾਲ। ਕਹਿੰਦੇ ਮੈਨੂੰ ਨਹੀਂ ਇਸ ਗੱਲ ਦੀ ਪਰਵਾਹ, ਜੇ ਲੋਕ ਨਿੰਦਿਆ ਕਰਨਗੇ ਬੇਟੀ, ਤੈਨੂੰ ਤਾਂ ਪਤਾ ਵੀ ਮੈਂ ਕਿਹੜੇ ਖਿਆਲ ਨਾਲ ਆਇਆ, ਚੰਗਾ ਮੇਰਾ ਕੋਈ ਪਾਪ ਕੱਟ ਦੇਣਗੇ। ਅੰਗੀਠੀ ਬਾਲ ਦਿੱਤੀ। ਸੰਤਾਂ ਦੀ ਸੰਗਤ ਕਰਦਿਆਂ ਕਰਦਿਆਂ ਮਨ ਦੀ ਮੈਲ, ਜਨ ਕੇ ਚਰਨ ਤੀਰਥ ਕੋਟ ਗੰਗਾ। ਉਹ ਹੁਣ ਗੰਗਾ ਦੀ ਤਰ੍ਹਾਂ ਮਹਾਤਮਾ ਦੇ ਚਰਨ ਪਵਿੱਤਰ ਨਾ। ਉਹਦੇ ਮਨ ਦੇ ਵਿੱਚ ਖਿਆਲ ਹੈ ਜਿਹਦੇ ਕਦੇ ਪੈਦਾ ਨਹੀਂ ਸੀ ਹੋਇਆ। ਇੱਕ ਤਾਂ ਪੁੱਤਰੀ ਕਹਿ ਦਿੱਤਾ, ਉਹਦੇ ਨਾਲ ਉਹਦਾ ਰਿਸ਼ਤਾ। ਮਹਾਤਮਾ ਦੇ ਚਰਨਾਂ 'ਤੇ ਸਿਰ ਰੱਖ ਕੇ ਪੁੱਬਾਂ ਮਾਰ ਕੇ ਰੋਣ ਲੱਗ ਪਈ। ਤੋਤੇ ਨੂੰ ਖੁਰਾਕ ਦਿੱਤੀ। ਸੰਤਾਂ ਨੂੰ ਜੋ ਸਰਦਾਬਾਦ ਕਹਿੰਦੀ ਹੈ ਬੇਸਵਾ ਦਾ, ਕਹਿੰਦੇ ਸਭ ਪਰਮਾਤਮਾ ਦਾ ਅੰਨ ਹੈ, ਤੂੰ ਇਸ ਗੱਲ ਦਾ ਖਿਆਲ ਨਾ ਕਰ। ਚਰਨ ਆ ਕੇ ਕਹਿੰਦੀ ਜੇ ਹੁਣ ਪਿਤਾ ਕਿਹਾ ਹੈ, ਤੁਸੀਂ ਪਿਤਾ ਹੀ ਨਹੀਂ, ਤੁਸੀਂ ਮੇਰੇ ਲਈ ਰੱਬ ਹੋ। ਪਰ ਮੈਨੂੰ ਇੱਕ ਗੱਲ ਦੱਸੋ, ਮੇਰੇ ਵਰਗੀ ਬੇਸਵਾ ਦਾ ਉਧਾਰ ਵੀ ਹੋ ਸਕਦਾ ਕਿਸੇ ਤਰ੍ਹਾਂ? ਮੈਂ ਘਰਾਂ ਦੇ ਘਰ ਉਜਾੜ ਦਿੱਤੇ। ਕਹਿਣ ਲੱਗੇ ਬੇਟੀ ਪਰਮਾਤਮਾ ਬੜਾ ਬੇਅੰਤ ਹੈ। ਜੇ ਕੋਈ ਭੁੱਲ ਕੇ ਰੱਬ ਦੇ ਬੂਹੇ 'ਤੇ ਪਹੁੰਚੇ, ਰੱਬ ਬੂਹਾ ਖੋਲ੍ਹ ਦਿੰਦਾ, ਕਹਿੰਦਾ ਆ ਜਾ ਅੰਦਰ। ਉਹ ਨਹੀਂ ਦੇਖਦਾ ਵੀ ਤੂੰ ਕੀ ਕਰਕੇ ਆਇਆ। ਅਤੇ ਤੂੰ ਇਸ ਤਰ੍ਹਾਂ ਕਰ, ਗੁਨਾਹਾਂ ਤੋਂ ਤੋਬਾ ਕਰ ਦੇ। ਇਸਲਾਮ ਦੀਆਂ ਪੁਸਤਕਾਂ ਵਿੱਚ ਇਹ ਲਿਖਿਆ ਹੋਇਆ ਹੈ। ਮੁਹੰਮਦ ਸਾਹਿਬ ਨੂੰ ਪੁੱਛਿਆ ਸੀ, ਕਹਿੰਦੇ ਜੀ ਖੁਦਾ ਸਜ਼ਾ ਹੀ ਦਿੰਦਾ ਕਿ ਮਾਫ਼ ਵੀ ਕਰ ਦਿੰਦਾ ਹੈ? ਉਹ ਕਹਿੰਦੇ ਮਾਫ਼ ਵੀ ਕਰ ਦਿੰਦਾ ਹੈ। ਕਹਿੰਦੇ ਜੀ ਕਿਸ ਤਰ੍ਹਾਂ?
ਕਹਿੰਦੇ ਜੇ ਕੋਈ ਗੁਨਾਹਾਂ ਤੋਂ ਤੋਬਾ ਕਰ ਦੇਵੇ, ਕਹਿੰਦੇ ਉਸੇ ਛਿਨ ਉਹ ਪਿਛਲੇ ਗੁਨਾਹ ਸਾਰੇ ਮਾਫ ਕਰ ਦਿੰਦਾ, ਪਰ ਇੱਕ ਸ਼ਰਤ ਹੈ, ਮੁੜ ਕੇ ਗੁਨਾਹ ਨਾ ਕਰੇ, ਪੱਕਾ ਰਹੇ। ਤੇ ਗੁਰਮਤਿ ਦੇ ਵਿੱਚ ਵੀ ਹੈ, ਪਿਛਲੇ ਔਗੁਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ। ਹਿੰਦੂ ਮਤ ਦੇ ਅੰਦਰ ਹੀ ਹੈ ਵੀ ਪ੍ਰਾਸ਼ਤ ਕਰਮ ਕਰੋ ਜੀ, ਗਾਹਾਂ ਨੂੰ ਨਾ ਕਰੋ, ਫਿਰ ਹੋ ਜਾਂਦਾ ਹੈ, ਸਾਰਿਆਂ 'ਚ ਹੈ। ਤੋ ਇਸ ਕਰਕੇ ਕਹਿਣ ਲੱਗੇ ਬੇਟੀ ਮੁਹੰਮਦ ਸਾਹਿਬ ਨੇ ਕਿਹਾ ਸੀ ਪਿਛਲੇ ਮਾਫ ਹੋ ਜਾਂਦੇ ਨੇ, ਅੱਗੇ ਨੂੰ ਨਾ ਕਰੇ। ਕਹਿੰਦੇ ਅੱਜ ਤੋਂ ਬਾਅਦ ਇਹ ਧੰਦਾ ਕਰਦੇ ਬੰਦ, ਤੇਰਾ ਉਧਾਰ ਹੋ ਸਕਦਾ ਹੈ। ਕਹਿੰਦੇ ਜੀ ਦੱਸੋ। ਕਹਿੰਦੇ ਬਚਨ ਮੰਨੇਗੀ। ਕਹਿੰਦੀ ਮਹਾਰਾਜ ਮੈਂ। ਕਹਿੰਦੇ ਫਿਰ ਜੇ ਕੋਈ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਏ, ਉਹ ਤੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ। ਆਹ ਮੇਰਾ ਤੋਤਾ ਹੈ ਮੈਨੂੰ ਬਹੁਤ ਪਿਆਰਾ, ਮੈਂ ਤੈਨੂੰ ਧੀ ਸਮਝ ਕੇ ਆਪਣੀ ਪਿਆਰੀ ਵਸਤੂ ਦੇਣ ਲੱਗਿਆ, ਤੇਰਾ ਉਧਾਰ ਤੋਤਾ ਕਰੇਗਾ। ਕਿਸ ਤਰ੍ਹਾਂ? ਕਹਿੰਦੇ ਇਹਨੂੰ ਨਾਮ ਜਪਣ ਦੀ ਆਦਤ ਪਾਈ ਹੋਈ ਆ ਅਸੀਂ। ਸਵੇਰੇ ਇਸ ਵਕਤੇ ਪਹਿਰ ਰਾਤ ਰਹਿੰਦੀ ਉੱਠ ਕੇ ਇਸ਼ਨਾਨ ਕਰਕੇ ਇਹਦੇ ਪਿੰਜਰੇ ਕੋਲ ਬਹਿ ਜਾ ਕਰੀ, ਚੌਂਕੜਾ ਮਾਰ ਕੇ ਹਨੇਰੇ ਦੇ ਵਿੱਚ, ਅੱਗੇ ਕਿਹੜਾ ਲਾਈਟਾਂ ਆਉਂਦੀਆਂ ਸੀ, ਤੂੰ ਕਹੇਂਗੀ ਗੰਗਾ ਰਾਮ ਬੋਲ, ਉਹ ਤੋਤਾ ਰਹੂਗਾ ਰਾਮ, ਤੂੰ ਫੇਰ ਕਹੀਂ ਰਾਮ, ਇਹ ਫੇਰ ਕਹੂਗਾ ਰਾਮ। ਇਹਨੇ ਉਨੀ ਦੇਰ ਤੱਕ ਰਾਮ ਕਹੀਂ ਜਾਣਾ ਜਿੰਨਾ 'ਚ ਤੂੰ ਕਹੇਂਗੀ, ਤੇਰਾ ਉਧਾਰ ਹੋ ਜਾਊਗਾ। ਸਮਾਂ ਚੱਲਦਾ ਗਿਆ। ਇੱਕ ਦਿਨ ਇਸ਼ਨਾਨ ਕਰਕੇ ਜਦੋਂ ਆਵਾਜ਼ ਦਿੱਤੀ ਗੰਗਾ ਰਾਮ, ਕਹਿ ਰਾਮ, ਗੰਗਾ ਰਾਮ ਬੋਲਿਆ ਹੀ ਨਾ। ਬੋਲੇ ਤਾਂ ਜੇ ਜਿਉਂਦਾ ਹੋਵੇ ਵਿਚਾਰਾ। ਉਹਦੇ ਪਿੰਜਰੇ 'ਚ ਵੜ ਗਿਆ ਸੱਪ ਕੋਬਰਾ, ਉਹਨੇ ਖਾ ਲਿਆ। ਖਾ ਕੇ ਸੱਪ ਗੁੰਡਲ ਮਾਰੀ ਬੈਠਾ ਹੈ। ਤੇ ਜਦ 2 ਵਾਰੀ ਗਿਆ ਸੱਪ ਵੀ ਸਾਵਧਾਨ ਹੋ ਗਿਆ, ਫਣ ਚੱਕ ਕੇ ਉਹ ਪਤਾ ਨੂੰ। ਇਹਨੇ ਪਿੰਜਰੇ ਦੇ ਵਿੱਚ ਜਿੱਥੋਂ ਤੋਤਾ ਅੰਦਰ ਬਾੜੀ ਦਾ ਹੈ, ਉਹਦੇ 'ਚ ਹੱਥ ਪਾ ਕੇ ਜਦ ਹੱਥ ਮਾਰਿਆ ਵੀ ਮੈਂ ਥਾਪੜ ਦਾ ਸੁੱਤਾ ਪਿਆ ਹੈ, ਸੱਪ ਨੇ ਜਦੇ ਡੰਗ ਮਾਰਿਆ। ਸੱਪ ਬਹੁਤਾ ਜ਼ਹਿਰੀਲਾ ਸੀ। ਤੇ ਗੰਗਾ ਰਾਮ ਸ਼ਬਦ ਤਾਂ ਬਿਸਰ ਗਿਆ। ਰਾਮ 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 ਕਹਿੰਦੀ ਸੀ ਜਿਹੜੀ ਗਨਕਾ, ਗੰਗਾ ਰਾਮ ਸ਼ਬਦ ਛੱਡਤਾ, ਰਾਮ ਰਾਮ ਕਹਿੰਦੀ ਦੇ ਪ੍ਰਾਣ ਨਿਕਲ ਗਏ। ਹੁਣ ਗੁਰਬਾਣੀ ਕਹਿੰਦੀ ਹੈ ਕਿਉਂਕਿ ਨਾਮ ਜਬ ਨਾਮ ਕਹਿਤ ਗੋਬਿੰਦ ਕਾ, ਸੂਚੀ ਭਈ ਰਸਨਾ, ਜਿਉਂ ਸਾਬਨ ਕਾਪਰ ਉਜਲ ਹੋਤ, ਨਾਮ ਜਬ ਸਭ ਭਰਮ ਪਖ ਹੋਤ ਕਿਹਾ ਨਾ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਸੂਆ ਪੜਾਵਤ ਗਨਕਾ ਤਰੀ, ਸੋ ਹਰ ਨੈਨੋਂ ਕੀ ਪੁੱਤਰੀ। ਗਨਕਾ ਉਦਰੀ ਹਰ ਕਹਿ ਤੋਤ। ਜੇ ਉਧਾਰ ਹੋਇਆ ਤਾਂ ਗੁਰਬਾਣੀ 'ਚ ਭਾਈ ਆਈ ਹੈ ਪ੍ਰਸੰਗ। ਜੇ ਇਹ ਸਾਖੀ ਹੈ, ਆ ਲੋਕ ਕਹਿੰਦੇ ਸਾਖੀਆਂ ਗਲਤ ਹੁੰਦੀਆਂ ਨੇ, ਇਹ ਤੁਕਾਂ ਦਾ ਅਰਥ ਫੇਰ ਕਿਵੇਂ ਕਰੋਗੇ ਜੇ ਸਾਖੀ ਗਲਤ। ਹੁਣ ਭਾਈ ਗੁਰਦਾਸ ਨੇ ਸਾਰੀ ਗੱਲ ਰੱਖੀ ਹੈ। ਗਨਕਾ ਪਾਪਣ ਹੋਏ ਕਹਿ, ਪਾਪਾਂ ਦਾ ਗਲਹਾਰ ਪਰੋਤਾ, ਮਹਾਂਪੁਰਖ ਅਚਾਨਚਕ ਗਨਕਾ ਵਾੜੇ ਆਏ ਖਲੋਤਾ। ਦੁਰਮਤ ਦੇਖ ਦਇਆਲ ਹੋਏ, ਹੱਥੋਂ ਉਸਨੂੰ ਦਿੱਤੋ ਉਸ ਤੋਤਾ। ਤੇ ਉਹਨੂੰ ਤੋਤਾ ਦਿੱਤਾ। ਦੁਰਮਤ ਦੇਖ ਦਇਆਲ ਹੋਏ, ਰਾਮ ਨਾਮ ਉਪਦੇਸ਼ ਕਰ, ਖੇਲ ਗਿਆ ਦੇ ਬਣਜ ਸੋਤਾ। ਲਿਵ ਲਾਗੀ ਤਿਸ ਤੋਤਿਓਂ, ਨਿਤ ਪੜ੍ਹਾਏ ਕਰੇ ਅਸੋਤਾ। ਬਿਰਤੀ ਲੱਗਣ ਲੱਗੀ, ਨਾਮ 'ਚੋਂ ਰਸ ਆਉਣ ਲੱਗ ਗਿਆ। ਆਪ ਵੀ ਨਾਮ ਜਪਦੀ ਰਸ ਲੈਂਦੀ ਸੀ। ਪਤਤ ਉਦਾਹਰਨ ਰਾਮ ਨਾਮ, ਦੁਰਮਤ ਪਾਪ ਕਲੇਬਰ ਧੋਤਾ। ਅੰਤ ਕਾਲ ਜਮ ਜਾਲ ਤੋੜ, ਨਰਕੈ ਵਿੱਚ ਨਾ ਖਾਦੋ ਸਗੋਤਾ। ਗਈ ਬੈਕੁੰਠ ਬਿਵਾਨ ਚੜ, ਨਾਉ ਨਾਰਾਇਣ ਛੋਤ ਅਛੋਤਾ। ਥੌ ਨਿਥਾ ਬੇਮਾਨ ਮਨੋਤਾ। ਭਾਈ ਗੁਰਦਾਸ ਸਾਹਿਬ ਜੀ ਨੇ ਇਹ ਕਥਨ ਕੀਤਾ ਹੈ। ਇਸ ਕਰਕੇ ਉਹ ਫਿਰ ਕਿੰਨੇ ਕੁ ਪਾਪੀ ਉਧਰੇ ਕਹੇ ਨਹੀਂ ਜਾ ਸਕਦੇ ਸਿੱਧੋ। ਕਰ ਕਰ ਕਰਣਾ ਲਿਖ ਲੈ ਜਾਹੋ। ਕਹਿੰਦੇ ਜੀਵ ਜੋ ਵੀ ਕਰਨਾ ਹੱਥ ਦਾ ਹੁੰਦਾ ਹੈ। ਕਰ ਹੱਥਾਂ ਦੇ ਨਾਲ ਕਰਨਾ ਕਰਤਵ। ਕਰ ਕੀ ਇਹ ਕਰ ਰਿਹਾ ਹੈ। ਕਰ ਕਰਨਾ 2 ਵਾਰੀ ਕਰ ਕਰੇ, 1 ਵਾਰੀ ਕਰਨਾ ਹੈ। ਇਸ ਕਰਕੇ ਕਰ ਹੱਥਾਂ ਨਾਲ ਕਰਨਾ ਕਰਤਵ ਕਰ ਰਿਹਾ ਹੈ। ਉਹ ਸਾਰੇ ਨੂੰ ਧਰਮ ਰਾਜ ਦੇ ਦੂਤ ਚਿੱਤਰ ਗੁਪਤ ਲਿਖ ਲੈ ਜਾਹੋ। ਕਿੱਥੇ? ਧਰਮ ਰਾਜ ਦੇ ਦਫ਼ਤਰ 'ਚ ਲਿਜਾਂਦੇ ਨੇ। ਸਨਾਤਨ ਮਤ ਵਿੱਚ ਲਿਖਿਆ ਹੈ ਕਿ ਚਿੱਤਰ ਨਾਮ ਦੀ ਉਹਦੀ ਜਿਹੜਾ ਦੂਤ ਹੈ ਉਹ ਮਨੁੱਖ ਦੇ ਸੱਜੇ ਮੋਢੇ 'ਤੇ ਰਹਿੰਦਾ ਹੈ। ਇਹ ਜਾਗਦੇ, ਜਿੰਨਾ ਚਿਰ ਜਾਗਦਾ ਰਹਾਂਗੇ ਉਨੀ ਦੇਰ ਤੱਕ ਉਹ ਸਾਰੇ ਉਹਦੇ ਕਰਮ ਲਿਖਦਾ ਵੀ ਕੀ ਕਰ ਰਿਹਾ ਹੈ, ਕਿਵੇਂ ਬੋਲਦਾ ਹੈ, ਕੀ ਦੇਖਦਾ ਹੈ, ਕੀ ਸੁਣ ਰਿਹਾ ਹੈ। ਉਹਨੇ ਕਹਿਣਾ ਨਹੀਂ ਤੁਹਾਨੂੰ ਕੁਝ, ਪਰ ਲਿਖੀ ਜਾਣਾ। ਜਿਹੜਾ ਗੁਪਤ ਹੈ ਉਹ ਖੱਬੇ ਮੋਢੇ 'ਤੇ ਹੈ। ਉਹਨੇ ਰਾਤ ਨੂੰ ਜਦੋਂ ਦਿਨ ਛਪੇ ਤੋਂ ਬਾਅਦ ਫਿਰ ਉਹਦੀ ਵਾਰੀ ਆ ਜਾਂਦੀ ਹੈ। ਰਾਤ ਦੇ ਕਰਤੱਵ ਫਿਰ ਉਹ ਲਿਖਦਾ ਵੀ ਰਾਤ ਨੂੰ ਕੀ ਕਰਮ ਕਰਿਆ ਇਹਨੇ, ਦਿਨ ਨੂੰ ਕੀ ਕਰਿਆ।
ਇਸ ਕਰਕੇ ਚਿੱਤਰਗੁਪਤ ਦੀ ਗੱਲ ਜਿਹੜੀ ਹੈ, ਚਿੱਤਰਗੁਪਤ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਜੇ ਹੈਗੇ ਤਾਂ ਲਿਖਿਆ ਮਹਾਰਾਜ ਨੇ ਭਾਈ। ਤੋ ਇਸ ਕਰਕੇ ਇਹ ਜਿਹੜੇ ਚਿੱਤਰਗੁਪਤ ਲਿਖ ਲੈ ਜਾਓ, ਐਸਾ ਮੰਨਿਆ ਹੈ, ਗੁਰਬਾਣੀ 'ਚ ਵੀ ਮੰਨਿਆ। ਤੋ ਰਾੜੇ ਵਾਲੇ ਮਹਾਂਪੁਰਸ਼ ਇੱਕ ਆਪਣੇ ਪ੍ਰਵਚਨਾਂ ਵਿੱਚ ਬਚਨ ਸੁਣਾਇਆ ਕਰਦੇ ਸੀ। ਕਿਸੇ ਗ੍ਰੰਥ 'ਚ ਪੜ੍ਹਿਆ ਹੋਊਗਾ, ਮੇਰੇ ਪੜ੍ਹਨ 'ਚ ਨਹੀਂ ਆਇਆ, ਪਰ ਮੈਂ ਮਹਾਂਪੁਰਖਾਂ ਦੀ ਰਚਨਾ ਤੋਂ ਹੀ ਸੁਣਿਆ। ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਉਹ ਕਹਿੰਦੇ ਇੱਕ ਜੱਜ ਸੀ, ਉਹ ਆਪਣੇ ਬੰਦ ਕਮਰੇ 'ਚ ਬੈਠਾ ਕਿਸੇ ਕੇਸ ਦੇ ਬਾਰੇ ਸੋਚ ਰਿਹਾ ਸੀ ਵੀ ਫੈਸਲਾ ਕਿਵੇਂ ਕਰਨਾ ਹੈ, ਕਿਉਂਕਿ ਰਿਸ਼ਵਤ ਲਈ ਸੀ। ਰਿਸ਼ਵਤ ਲੈ ਕੇ ਉਹਦੇ ਹੱਕ 'ਚ ਕਿਵੇਂ ਚੰਨ ਚਲਾਉਣੀ ਹੈ ਜੀ ਤੋਂ ਰਿਸ਼ਵਤ ਲਈ ਹੈ, ਕਿਉਂਕਿ ਕਾਨੂੰਨ ਤੋਂ ਬਿਨਾਂ ਛੱਡ ਨਹੀਂ ਸਕਦੇ ਨਾ, ਆਪਣੇ ਜੁੰਮੇ ਨਹੀਂ ਲੈਣਾ ਹੁੰਦਾ। ਕਹਿੰਦੇ ਇੰਨੇ ਨੂੰ ਕੀ ਹੋਇਆ, ਸਾਹਮਣੇ ਇੱਕ ਬੰਦਾ ਪ੍ਰਗਟ ਹੋਇਆ। ਕਹਿੰਦੇ ਜੱਜ ਦੀ ਇੱਕ ਕੁਰਸੀ ਤੇ ਬਹਿ ਕੇ ਦੂਜੀ ਕੁਰਸੀ ਤੇ ਜਾਂ ਟੇਬਲ ਤੇ ਲੱਤਾਂ ਰੱਖੀਆਂ ਆਰਾਮ ਦੇ ਨਾਲ ਬੈਠਾ ਸੀ। ਉਹ ਘਬਰਾ ਕੇ ਕਹਿੰਦਾ ਤੂੰ ਕੌਣ ਹੈ? ਕਹਿੰਦਾ ਕੀ ਗੱਲ ਡਰਨਾ ਤੂੰ, ਮੈਂ ਵੀ ਤਾਂ ਤੇਰੇ ਵਰਗਾ ਬੰਦਾ ਹੀ ਹਾਂ। ਕਹਿੰਦਾ ਇਸ ਮਕਾਨ ਦੀ ਖਿੜਕੀਆਂ ਵੀ ਬੰਦ, ਰੋਸ਼ਨਦਾਨ ਬੰਦ, ਤੇ ਅੰਦਰ ਜਿੰਦਾ ਗੁਰ ਤੂੰ ਆ ਕਿਵੇਂ ਗਿਆ? ਉਹ ਹੱਸ ਕੇ ਕਹਿੰਦਾ ਮੇਰੇ ਆਉਣ ਵਾਸਤੇ ਪੱਥਰਾਂ ਦੇ ਦਰਵਾਜ਼ੇ ਵੀ ਕੁਛ ਨਹੀਂ ਕਰ ਸਕਦੇ, ਮੈਂ ਤਾਂ ਕੰਧਾਂ ਦੇ ਵਿੱਚ ਦੀ ਵੀ ਆ ਸਕਦਾ। ਹੈ ਕੌਣ? ਕਹਿੰਦਾ CID, ਗੁਪਤ ਰਿਪੋਰਟਾਂ ਦੇਣ ਵਾਲਾ। ਪਹਿਲਾਂ ਤਾਂ ਉਹਨੂੰ ਸਮਝਿਆ ਕਿਤੇ ਲੋਕੇ ਬੈਠਾ ਹੋਊਗਾ ਵੀ ਇਹ ਸਰਕਾਰ ਦੀ ਵੀ ਮੇਰੀ ਕਿਤੇ ਨੌਕਰੀ ਨਾ ਚਲੀ ਜਾ, ਪਹਿਲਾਂ ਤਾਂ ਘਬਰਾ ਗਿਆ। ਉਹ ਕਹਿੰਦਾ ਘਬਰਾ ਨਾ, ਮੈਂ ਉਹ ਨਹੀਂ ਹੈ ਜਿਹੜੀ ਤੋਂ ਤੂੰ ਘਬਰਾਇਆ ਹੈ। ਜਿਨ੍ਹਾਂ ਤੋਂ ਤੁਸੀਂ ਘਬਰਾਉਂਦੇ ਨਹੀਂ, ਘਬਰਾਉਣਾ ਉਹਨਾਂ ਤੋਂ ਚਾਹੀਦਾ, ਉਲਟ ਹੈ ਤੁਹਾਡਾ ਕੰਮ। ਆਸ ਦੁਨਿਆਵੀ ਸੰਸਾਰ ਦਾ ਦੂਤ ਨਹੀਂ। ਕਹਿੰਦਾ ਫਿਰ ਹੋਰ ਕੌਣ ਹੈ? ਕਹਿੰਦਾ ਮੈਂ ਰੱਬ ਦਾ ਦੂਤ ਹੈ। ਕੀ ਕਰਦਾ ਹੈ? ਕਹਿੰਦਾ ਮੈਂ ਸਾਰਾ ਕੁਝ ਲਿਖਦਾ, ਤੇਰੀ ਮੋਢਿਆਂ 'ਤੇ ਰਹਿਣਾ, ਸਾਰਾ ਕੁਝ ਲਿਖਦਾ ਮੈਂ, ਅੱਜ ਪ੍ਰਗਟ ਹੋ ਕੇ ਦਿਖਾਇਆ ਤੈਨੂੰ। ਕਹਿੰਦਾ ਅੱਛਾ, ਤੇ ਕੀ ਲਿਖਿਆ ਹੈ ਹੁਣ ਤੱਕ ਮੇਰਾ? ਉਹਨੇ ਕੱਢ ਕੇ ਕਾਗਜ਼ ਪ੍ਰਗਟ ਕਰਕੇ ਕਹਿੰਦਾ ਆਹ ਮੇਰੇ ਕੋਲ ਤੇਰੀ ਕਾਪੀ ਹੈ ਲਿਖੀ ਹੋਈ, ਜਿਹੜੀ ਮੇਰੀ ਸੂਖਮ ਹੈ, ਇਹ ਤੇਰੇ ਹੱਥਾਂ 'ਚ ਤਾਂ ਨਹੀਂ ਆਉਣੀ, ਪਰ ਇੱਥੇ ਪੜ੍ਹ ਲੈ ਅੱਖਰ। ਇਹਦੇ 'ਚ 450 ਗੁਨਾਹ ਤੂੰ ਹੁਣ ਤੱਕ ਕਰ ਚੁੱਕਿਆ, ਤੇ ਜਿਹਦੀ ਤੈਨੂੰ ਨਾ ਸਜ਼ਾ ਮਿਲਣੀ ਹੈ। ਕਹਿੰਦਾ ਕੋਈ ਚੰਗਾ ਕੰਮ ਉਹ ਵੀ ਲਿਖਿਆ ਕਿ ਨਹੀਂ? ਕਹਿੰਦਾ ਹਾਂ ਉਹ ਵੀ ਲਿਖਿਆ। ਉਹ ਕਾਲੀ ਕਾਪੀ ਸੀ, ਚਿੱਟੀ ਕਾਪੀ। ਕਹਿੰਦਾ ਇਹਦੇ 'ਚ ਲਿਖਿਆ ਵੀ ਤੇ 5 ਕੰਮ ਚੰਗੇ ਕੀਤੇ ਨੇ। ਕਹਿੰਦਾ ਹੁਣ ਤੂੰ ਐਂ ਕਰ ਵੀ ਹੁਣ ਤੂੰ ਦੇਖ ਲੈ ਵੀ ਤੈਂ ਕਾਨੂੰਨ ਪੜ੍ਹਿਆ ਹੋਇਆ, LLB ਕੀਤੀ ਹੋਈ ਹੈ, ਵੀ ਤੈਨੂੰ ਸਜ਼ਾ ਬਣਦੀ ਹੈ ਜਾਂ ਨਹੀਂ ਬਣਦੀ। 5 ਕੰਮ ਤੇਰੇ ਚੰਗੇ ਨੇ, 450 ਮਾੜੇ ਕੰਮ ਨੇ। ਉਹ ਡਰ ਗਿਆ। ਉਹਨੇ ਜਦੇ ਨੇਤਰ ਬੰਦ ਕਰਕੇ ਕਹਿੰਦਾ ਅੱਜ ਤੱਕ ਮੈਂ ਰੱਬਾ ਤੈਨੂੰ ਸਮਝਿਆ ਨਹੀਂ ਸੀ ਵੀ ਤੂੰ ਹੈ। ਮੈਂ ਰਿਸ਼ਵਤਾਂ ਲਈਆਂ, ਮੈਂ ਪਾਪ ਕੀਤੇ, ਪਰ ਅੱਜ ਮੈਂ ਇਹਨਾਂ ਸਾਰੇ ਗੁਨਾਹਾਂ ਤੋਂ ਤੋਬਾ ਕਰਦਾ। ਅੱਜ ਤੋਂ ਬਾਅਦ ਕਿਸੇ ਤੋਂ ਰਿਸ਼ਵਤ ਨਹੀਂ ਲਊਂਗਾ, ਪੁੰਨਦਾਨ ਕਰੂੰ, ਤੇਰਾ ਨਾਮ ਜਪੂੰਗਾ, ਪਰ ਮੈਨੂੰ ਬਖਸ਼ ਦੇ। ਉਹ ਸਾਹਮਣੇ ਖੜਾ ਹੈ, ਉਹ ਲਿਖਣ ਲੱਗ ਗਿਆ। ਉਹ ਕਹਿੰਦਾ ਭਾਈ ਹੁਣ ਕੀ ਲਿਖਦਾ? ਹੁਣ ਤਾਂ ਮੈਂ ਕੁਛ ਵੀ ਨਹੀਂ ਕਰਿਆ। ਕਹਿੰਦੇ ਕਰਿਆ, ਇਹ ਵੀ ਲਿਖਿਆ ਗਿਆ। ਕੀ? ਕਹਿੰਦੇ ਤਾਂ ਗੁਨਾਹਾਂ ਤੋਂ ਤੋਬਾ ਕੀਤਾ, ਰੱਬ ਬਖਸ਼ ਦਿੰਦਾ ਹੈ। ਇਸ ਕਰਕੇ ਫਿਰ ਕਰ ਕਰਨਾ ਲਿਖ ਲੈ ਜਾਓ। ਇਹ ਸਾਰੇ ਜੀਵ ਜਿਵੇਂ ਆਏ ਸੰਸਾਰ ਦੇ ਵਿੱਚ ਜਾਣਾ ਤਾਂ ਪੈਣਾ ਹੀ ਹੈ। ਜੋ ਜੀਵ ਆਪਣੇ ਕਰ ਹੱਥਾਂ ਦੇ ਨਾਲ ਸੰਸਾਰ ਵਿੱਚ ਵਿਧ ਨਿਖੇਧ ਜੋ ਵੀ ਕਰਤੱਵ ਕਰਦਾ ਹੈ, ਉਹ ਸਾਰੇ ਆਪਣੇ ਹਿਰਦੇ ਰੂਪੀ ਅੰਤਸ਼ਕਰਨ ਦੇ ਕਾਗਜ਼ 'ਤੇ ਲਿਖੇ ਜਾਂਦੇ ਨੇ। ਪਰਲੋਕ ਨੂੰ ਲੈ ਜਾਓ, ਲੈ ਜਾਂਦਾ। ਜਿਵ ਆਇਆ ਤੇ ਵੀ ਜਾਏ ਸੀ, ਕਿਆ ਲਿਖ ਲੈ ਜਾਏ। ਫਰੀਦ ਸਾਹਿਬ ਨੇ ਕਿਹਾ ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪ ਨੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ। ਇਸ ਕਰਕੇ ਦੱਸਦੇ ਹਨ ਜੇ ਆਪੇ ਬੀਜ ਆਪੇ ਹੀ ਖਾ। ਮਹਾਰਾਜ ਸਾਹਿਬ ਕਹਿੰਦੇ ਸਿੱਧੋ ਇਹ ਜੀਵ ਆਪੇ ਕਰਮਾਂ ਦਾ ਬੀਜ ਬੀਜਦਾ ਹੈ। ਕਰਮ ਧਰਤੀ ਸਰੀਰ ਜੁਗ ਅੰਤਰ ਜੋ ਬੋਵੈ ਸੋ ਖਾਤ, ਤੇ ਆਪ ਹੀ ਉਹਨਾਂ ਦਾ ਫਲ ਖਾਹੋ ਖਾਂਦਾ। ਭਾਵ ਕਿ ਉਹਦਾ ਦੁੱਖ ਰੂਪ ਦੇ 'ਚ ਭੋਗਦਾ। ਕਿਰਤ ਉਹਨਾਂ ਕਾ ਮਿਟ ਸੁਨਾਹੇ, ਉਹ ਆਪਣਾ ਬੀਜਿਆ ਆਪ ਖਾਹੇ। ਨਾਨਕ ਜੋ ਬੀਜੈ ਸੋ ਖਾਵਣਾ, ਕਰਤੇ ਲਿਖ ਪਾਇਆ। ਜਿਹਾ ਬੀਜੈ ਸੋ ਲੁਣੈ, ਕਰਮਾਂ ਸੰਦੜਾ ਖੇਤ। ਇੱਕ ਮਹਾਂਭਾਰਤ ਦੇ ਵਿੱਚ ਪ੍ਰਸੰਗ ਆਉਂਦਾ ਹੈ। ਮਹਾਂਭਾਰਤ ਦਾ ਜੰਗ 18 ਖੂਣੀਆਂ ਖਤਮ ਹੋ ਗਈਆਂ। ਕੁਰਕਸ਼ੇਤਰ ਦੀ ਧਰਤੀ ਵਿੱਚ ਸੰਸਾਰ ਖਾਲੀ ਹੋ ਗਿਆ ਸੀ, ਜਿਹਨੂੰ ਵਰਲਡ ਵਾਰ ਕਹਿ ਦਈਏ। ਇਹੀ ਜੀ ਸੀ ਇਹ। ਸਾਰੀ ਦੁਨੀਆ ਹੀ ਲੜੀ ਸੀ, ਕੁਛ ਉੱਧਰ ਕੁਛ ਉੱਧਰ। ਮਾਰੇ ਗਏ ਦੁਰਯੋਧਨ ਨੇ, 100 ਭਰਾ ਮਰ ਗਏ।
ਧ੍ਰਿਤਰਾਸ਼ਟਰ ਕੈਰਵਾਂ ਦਾ ਪਿਤਾ ਸੀ, ਦੁਰਯੋਧਨ ਉਹਨਾਂ ਦਾ। 100 ਪੁੱਤਰ ਦੇ 100 ਮਰ ਗਏ, ਤੇ ਰਾਜ ਜਿਹੜਾ ਸੀ ਧਰਮ ਪੁੱਤਰ ਯੁਧਿਸ਼ਠਿਰ ਨੂੰ ਮਿਲਣਾ ਹੀ ਸੀ, ਉਹਦੇ 'ਚ ਤਾਂ ਕੋਈ ਬਾਤ ਨਹੀਂ ਹੈ। ਇਹ ਨਾ ਫਿਰ ਪੁੱਤਰਾਂ ਨੂੰ ਕਲਪ ਰਿਹਾ ਹੈ, ਪਹਿਲਾਂ ਸਮਝਾਇਆ ਨਹੀਂ ਸਮਝਿਆ। ਤੇ ਬਥੇਰਾ ਗੰਗਾ ਪੁੱਤਰ ਵਰਗਿਆਂ ਨੇ, ਭੀਸ਼ਮ ਪਿਤਾਮਾ ਨੇ, ਦਰੋਣਾਚਾਰੀਆ ਨੇ, ਬਿਦਰ ਨੇ, ਕਿਰਪਾਚਾਰੀਆ, ਸਭ ਨੇ ਸਮਝਾਇਆ, ਪਰ ਇਹ ਨਹੀਂ ਸਮਝਿਆ। ਇਹ ਪੁੱਤਰ ਦੇ ਮੋਹ ਵਿੱਚ ਅੰਨਾ ਹੋਇਆ। ਭਗਵਾਨ ਕ੍ਰਿਸ਼ਨ ਨੂੰ ਇਹ ਅੰਦਰ ਤੋਂ ਨਫ਼ਰਤ ਕਰਦਾ ਸੀ, ਉੱਪਰ ਤੋਂ ਹੀ ਦੇਵਕੀ ਪੁੱਤਰ ਕਹਿ ਕੇ ਬੁਲਾਉਂਦਾ, ਵਾਸਦੇਵ ਪੁੱਤਰ ਕਹਿੰਦੇ। ਪਰ ਅੱਜ ਇਹਨੂੰ ਪਹਿਲੇ ਦਿਨ ਪਤਾ ਲੱਗਿਆ ਵੀ ਵਾਕਈ ਭਗਵਾਨ ਹੈ। ਜੇ ਇੰਨੇ ਕਮਜ਼ੋਰ ਪਾਂਡਵਾਂ ਨੂੰ ਰਾਜ ਦਵਾਤਾ ਧਰਮ ਦੇ। ਕਹਿਣ ਲੱਗਿਆ ਜੀ ਮੇਰਾ ਇੱਕ ਸਵਾਲ ਹੈ। ਕਹਿੰਦੇ ਦੱਸੋ। ਕਹਿੰਦੇ ਵੀ ਮੈਨੂੰ ਇਹ ਦੱਸੋ ਵੀ ਮੈਂ ਅੱਖਾਂ ਤੋਂ ਅੰਨਾ, ਰੱਬ ਨੇ 2-2 ਨੇਤਰ ਦਿੱਤੇ ਸਭ ਨੂੰ, ਮੇਰੇ ਨਾਲ ਬੇਇਨਸਾਫੀ ਰੱਬ ਨੇ ਕਿਉਂ ਕੀਤੀ ਹੈ? ਭਗਵਾਨ ਜੀ ਕਹਿੰਦੇ ਰੱਬ ਨੇ ਕੋਈ ਬੇਇਨਸਾਫੀ ਨਹੀਂ ਕੀਤੀ, ਤੇਰੇ ਕਰਮ ਦਾ ਫਲ ਹੈ। ਕਹਿੰਦਾ ਮੈਂ ਤਾਂ ਕੋਈ ਮਾੜਾ ਕਰਮ ਨਹੀਂ ਕਰਿਆ। ਕਹਿੰਦੇ ਮਹਾਰਾਜ ਕਹਿੰਦੇ ਪਿਛਲੇ ਜਨਮ 'ਚ ਹੋਊ। ਕਹਿੰਦਾ ਜੀ ਮੈਂ ਪਿਛਲੇ 100 ਜਨਮਾਂ ਦੀ ਸੋਝੀ ਰੱਖਦਾ। ਮਾਤਾ ਦੇ ਪੇਟ ਵੀ 100 ਜਨਮਾਂ ਦੀ ਸੋਝੀ ਹੁੰਦੀ ਹੈ। ਜਿੱਦਾਂ ਮੈਂ ਜੰਮਿਆ ਮੈਨੂੰ ਉਵੇਂ ਤਿਵੇਂ ਸਿਮਰਤੀ ਹੈ 100 ਜਨਮਾਂ ਦੀ। 100 ਜਨਮ 'ਚ ਮਾੜਾ ਕਰਮ ਨਹੀਂ ਕਰਿਆ। ਅੱਖਾਂ ਤੋਂ ਅੰਨਾ ਕੀ ਹੋ ਗਿਆ? ਦੂਸਰਾ ਸਵਾਲ ਹੈ, ਲੋਕਾਂ ਦੇ ਇੱਕ ਪੁੱਤ ਹੈ ਉਹ ਵੀ ਜਿਉਂਦਾ ਰਹਿੰਦਾ। ਪਾਂਡਵਾਂ ਦੇ 5 ਸੀ, 5 ਜਿਉਂਦੇ ਨੇ, ਤੇ ਮੇਰੇ 100 ਦੇ 100 ਹੀ ਮਰ ਗਏ। ਕੀ ਇਹ ਰੱਬ ਨੇ ਇਨਸਾਫ ਕੀਤਾ? ਕਹਿੰਦੇ ਇਹ ਵੀ ਇਨਸਾਫ ਹੈ। ਕਹਿੰਦਾ ਜੀ ਫਿਰ ਮੇਰੇ ਸਮਝ ਨਹੀਂ ਆ ਰਹੀ, ਦੱਸੋ। ਕਹਿੰਦੇ ਰਾਜਨ 100 ਜਨਮਾਂ ਤੋਂ ਪਹਿਲਾਂ ਕੋਈ ਜਨਮ ਨਹੀਂ ਸੀ। ਕਹਿੰਦਾ ਜੀ ਹੋਣਗੇ ਪਰ ਮੈਨੂੰ ਪਤਾ ਨਹੀਂ। ਕਹਿੰਦੇ 107ਵਾਂ ਜਨਮ ਸੀ ਤੇਰਾ, ਜਦੋਂ ਦੀ ਘਟਨਾ ਹੈ, ਤੇ ਤੂੰ ਰਾਜੇ ਦਾ ਪੁੱਤਰ ਸੀ, ਵਜ਼ੀਰਾਂ ਦੇ ਬੱਚਿਆਂ ਨਾਲ ਖੇਡਦੇ ਅੱਕ ਦਾ ਟਿੱਡਾ ਲਾਹਿਆ, ਸੂਲਾਂ ਦੇ ਨਾਲ ਉਹਦੀਆਂ ਅੱਖਾਂ ਭੰਨੀਆਂ, ਉਹਦੇ ਖੰਭਾਂ ਦੇ ਵਿੱਚ ਸੂਲ ਗੱਡ ਕੇ ਭੰਬੀਰੀ ਬਣਾ ਕੇ ਘੁਮਾਇਆ ਤਾ ਉਹਨੂੰ। ਇਹ ਉਹਦਾ ਫਲ ਹੁਣ ਟਿੱਡੇ ਨੇ ਕੀ ਕਰ ਲੈਣਾ ਸੀ? ਜਾਨਵਰ ਕੀ ਕਰ ਸਕਦਾ ਮਨੁੱਖ ਦਾ? ਕਹਿੰਦੇ ਪਰਮਾਤਮਾ ਨੇ ਉਹਦੇ ਬਦਲੇ ਤੈਨੂੰ ਅੰਨਾ ਹੋਣ ਦਾ ਜਿਹੜਾ ਸੀ, ਇਹ ਤੇਰਾ ਕਰਮ, ਅੰਨਾਪਣ ਦਾ ਦੁੱਖ ਜਿਹੜਾ, ਉਹ ਪਾਪ ਕਰਮ ਦਾ ਫਲ ਹੈ। ਕਹਿੰਦਾ ਜੀ ਫਿਰ 100 ਪੁੱਤਰ ਮਰ ਗਏ, ਚਲੋ ਇਹ ਤਾਂ ਮੈਂ ਸਮਝ ਗਿਆ ਵੀ ਮੈਂ ਸੂਲਾਂ ਮਾਰੀਆਂ ਸੀ। ਕਹਿੰਦੇ ਮੈਂ ਤੈਨੂੰ ਦਿਵ ਦ੍ਰਿਸ਼ਟੀ ਨਾਲ ਦਿਖਾਉਣਾ, ਆਪ ਦੇਖ ਲੈ। ਭਗਵਾਨ ਜੀ ਨੇ ਦਿਵ ਦ੍ਰਿਸ਼ਟੀ ਨਾਲ ਦਿਖਾਤਾ। ਕਹਿੰਦਾ ਹਾਂ ਜੀ ਠੀਕ ਹੈ, ਮੈਂ ਇਹ ਕਰਮ ਕੀਤਾ ਹੈ। ਹੋਰ ਕਹਿੰਦਾ 100 ਪੁੱਤਰ ਕਿਉਂ ਮਰੇ? ਕਹਿੰਦੇ ਉਸੇ ਜਨਮ ਵਿੱਚ ਜਦੋਂ ਤੂੰ ਰਾਜਗੱਦੀ ਤੇ ਬੈਠਿਆ ਤੇਰੇ ਬਾਪ ਦੇ ਥਾਂ, ਤੈਨੂੰ ਮਾਸ ਖਾਣ ਦਾ ਬੜਾ ਚਸਕਾ ਸੀ, ਸਵਾਦੂ ਸੀ ਜੀਭ ਦਾ। ਕਹਿੰਦੇ ਤੈਂ ਆਪਣੇ ਮੀਰ ਸ਼ਿਕਾਰ ਨੂੰ ਕਿਹਾ, ਉਹਦੀ ਜ਼ਿੰਮੇਵਾਰੀ ਸੀ। ਮੀਰ ਸ਼ਿਕਾਰ ਕਹਿੰਦੇ ਸੀ ਜਿਹੜਾ ਸ਼ਿਕਾਰ ਮਹਿਕਮੇ ਦਾ ਅਫਸਰ ਹੁੰਦਾ ਸੀ, ਜਾਲੀਆਂ, ਕੁੱਤੇ, ਸਭ ਕੁਝ ਉਹਦੇ ਅਧੀਨ ਹੁੰਦੇ। ਛਾਛੜੇਦਾਰ ਮੀਂਹ ਪੈਂਦਾ, ਕਹਿੰਦਾ ਸ਼ਿਕਾਰ ਲਿਆ, ਸ਼ਿਕਾਰ ਨੂੰ ਜਾਵੇ ਕਿੱਥੇ ਵਿਚਾਰਾ, ਮਜਬੂਰੀ ਹੈ, ਰਾਜੇ ਨੂੰ ਮਾਸ ਵੀ ਲਿਆਉਣਾ। ਕਹਿੰਦਾ ਤੇਰੇ ਮਹਿਲਾਂ ਦੇ ਵਿੱਚ ਇਹੋ ਜਿਹੀ ਜਗ੍ਹਾ ਕਿ ਸੁੰਦਰ ਬਣਾਈ ਸੀ ਜਿੱਥੇ ਹੰਸਾਂ ਨੇ ਆ ਕੇ ਆਪਣੇ ਬੱਚੇ ਦਿੱਤੇ ਹੋਏ ਸੀ 100 ਹੰਸ। ਹੰਸਣੀ ਕਿਤੇ ਗਏ ਹੋਏ, ਉਡਾਰੀ ਮਰ ਕੇ ਮਾਨ ਸਰੋਵਰ ਨੂੰ ਆਪਣਾ ਚੋਗਾ ਚੁਗਣ। ਕਹਿੰਦੇ ਪਿੱਛੇ ਤੇ ਉਹ ਮੀਰ ਸ਼ਿਕਾਰ ਨੇ ਇੱਕ ਉਹਦਾ ਚੱਕਿਆ ਹੰਸ ਦਾ ਬੱਚਾ, ਤੇ ਉਹਦਾ ਬਾਣਾ ਸਹਿਤ ਤੈਨੂੰ ਮਾਸ ਖਿਲਾ ਦਿੱਤਾ। ਤੈਂ ਕਿਹਾ ਮੀਰ ਸ਼ਿਕਾਰ ਇਹ ਮਾਸ ਇੰਨਾ ਸੁੰਦਰ ਹੈ, ਇਸੇ ਪੰਛੀ ਦਾ ਰੋਜ਼ ਲਿਆਇਆ ਕਰ। ਰਾਜੇ ਨੂੰ ਜੀ ਹਜ਼ੂਰੇ ਕਹਿਣਾ ਪੈਂਦਾ। ਕਹਿੰਦਾ 100 ਦਿਨਾਂ 'ਚ 100 ਬੱਚੇ ਖਾ ਗਿਆ। ਉਦੋਂ ਆ ਗਏ ਹੰਸ, ਹੰਸਾਂ ਦੀਆਂ ਹੱਡੀਆਂ ਸਿੱਟੀਆਂ ਪਈਆਂ ਢੇਰ। ਹੰਸਾਂ ਨੇ ਦੇਖਿਆ ਇੱਕ ਵੀ ਬੱਚਾ ਨਹੀਂ, ਹੌਕੇ ਲੈ ਲੈ ਕੇ ਉਹ ਦੋਨੇ ਪਤੀ ਪਤਨੀ ਆਪਣੇ ਬੱਚਿਆਂ ਨੂੰ ਹੌਕੇ ਲੈ ਲੈ ਕੇ ਮਰ ਗਏ। ਕਹਿੰਦੇ ਉਹ ਪਰਮੇਸ਼ਰ ਨੇ ਪਾਪ ਕਰਮ, ਉਹਨਾਂ ਦੇ 100 ਬੱਚੇ ਜਿਵੇਂ ਤੈਂ ਖਾਧੇ, ਇਸੇ ਤਰ੍ਹਾਂ ਉਹਨਾਂ ਦੇ ਹੌਕਿਆਂ ਨੇ ਤੈਨੂੰ ਇਹ ਪਾਪ ਕਰਮ ਦਾ ਫਲ ਦੁੱਖ ਰੂਪ ਦੇ ਵਿੱਚ 100 ਬੱਚੇ ਤੇਰੇ ਤਾਂ ਮਰੇ। ਇਹ ਵੀ ਦਿਵ ਦ੍ਰਿਸ਼ਟੀ ਨਾਲ ਦੇਖ ਲੈ। ਦੇਖ ਕੇ ਕਹਿੰਦਾ ਹਾਂ ਜੀ ਮੈਂ ਇਹ ਖਾਧੇ, ਪਰ ਹੁਣ ਇੱਕ ਸਵਾਲ ਹੈ ਮੇਰਾ। ਕਹਿੰਦੇ ਦੱਸੋ। ਕਹਿੰਦੇ 100 ਜਨਮਾਂ ਤੋਂ ਬਾਅਦ, 107 ਜਨਮਾਂ ਤੋਂ ਬਾਅਦ ਮੈਨੂੰ ਹੁਣ ਭੁਗਤਾਏ ਨੇ, ਪਹਿਲਾਂ ਕਿਉਂ ਨਹੀਂ ਭੁਗਤਾਏ? ਉਹ ਕਹਿੰਦੇ ਰਾਜਨ, ਜਿਵੇਂ ਮਾੜੇ ਬੰਦੇ ਨੂੰ ਪਰੇ ਧੱਕਾ ਦੇ ਕੇ ਦੂਸਰਾ ਬੰਦਾ ਮੂਹਰੇ ਹੋ ਜਾਣਾ ਤਾਕਤਵਰ, ਤੇਰੇ ਚੰਗੇ ਕਰਮ ਐਨੇ ਸੀ, ਮਾੜੇ ਕਰਮ ਦੀ ਵਾਰੀ ਨਹੀਂ ਆਉਣ ਦਿੱਤੀ ਭੋਗਣ ਦੀ। ਹੁਣ ਇਸ ਜਨਮ ਦੇ ਵਿੱਚ ਤੈਂ ਪਾਂਡਵਾਂ ਦੇ ਨਾਲ ਇੰਨੀ ਬੇਇਨਸਾਫੀ ਕੀਤੀ, ਰਾਜ ਉਹਨਾਂ ਦਾ ਸੀ, ਤੂੰ ਆਪਣੇ ਪੁੱਤ ਨੂੰ ਦੇਣ ਵਾਸਤੇ, ਤੇਰੇ ਪੁੱਤ ਨੇ ਲਾਕਸ਼ਾ ਗ੍ਰਹਿ ਬਣਾਇਆ।
ਕਹਿੰਦੇ ਤੂੰ ਉਹਨੂੰ ਕੋਈ ਡੰਨ ਨਹੀਂ ਦਿੱਤਾ, ਇਸ ਕਰਕੇ ਤੇਰੇ ਪੁੰਨ ਕਰਮ ਸੜਦੇ ਸੜਦੇ ਕਹਿੰਦੇ ਤੇਰਾ ਪਾਪ ਕਰਮ ਹੁਣ ਮੂਹਰੇ ਆਇਆ ਹੈ, ਜਿਸ ਕਰਕੇ ਤੇਰਾ 100 ਪੁੱਤਰ ਮਰ ਗਿਆ ਹੈ ਤੇ ਅੰਨਾ ਜੰਮਿਆ, ਇਹ ਐ ਜਨਮ ਦੇ ਤੈਨੂੰ ਫਲ ਮਿਲੇ। ਇਸੇ ਗੱਲ ਨੂੰ, ਚਲੋ ਇਹ ਤਾਂ ਮਹਾਭਾਰਤ ਦੀ ਗੱਲ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਨੰਦਪੁਰ ਸਾਹਿਬ ਬੈਠੇ ਸੀ, ਚੋਜੀ ਪ੍ਰੀਤਮ ਨੂੰ ਮੱਥਾ ਟੇਕਣ, ਇੱਕ ਵੈਸ਼ਨਵ ਸਾਧ ਆ ਗਿਆ ਗੁਰੂ ਗੋਬਿੰਦ ਸਿੰਘ ਨੂੰ ਮੱਥਾ ਟੇਕਣ ਵਾਸਤੇ। ਉਹ ਮੱਥਾ ਟੇਕ, ਉਸ ਵੇਲੇ ਮਹਾਰਾਜ ਸਾਹਿਬ ਜੀ ਆਪਣਾ ਚੋਜ ਕਰ ਰਹੇ, ਚੋਜੀ ਮੇਰੇ ਪਿਆਰਿਆ, ਚੋਜੀ ਮੇਰੇ ਗੋਬਿੰਦਾ, ਇੱਕ ਹੱਥ 'ਚ ਗੁਟਾਰ ਫੜੀ ਹੋਈ ਹੈ, ਇੱਕ ਹੱਥ ਦੇ ਉੱਤੇ ਬਾਜ ਬੈਠਾ ਹੈ। ਉਹਨੂੰ ਗੁਟਾਰ ਨੂੰ ਐਂ ਕਰ ਦਿੰਦੇ ਆ, ਉਹ ਨੱਠ ਕੇ ਆ ਕੇ ਐਂ ਚੁੰਝ ਮਾਰ ਕੇ ਮਾਸ ਤੋੜ ਕੇ ਫਿਰ ਮਹਾਰਾਜ ਦੇ ਹੱਥ 'ਤੇ ਬਹਿ ਜਾਂਦਾ, ਉਹਦਾ ਖੂਨ ਵਗ ਰਿਹਾ ਹੈ, ਮਹਾਰਾਜ ਹੱਸਦੇ ਹੈ। ਦੂਜੀ ਵਾਰ ਫਿਰ ਠੁੰਗ ਮਾਰੀ ਉਹਨੇ, ਫਿਰ ਮਾਸ ਤੋੜ ਕੇ ਲੈ ਗਿਆ। ਉਹ ਬੈਸ ਨੂੰ ਸਾਧ ਕਹਿੰਦਾ, ਓਹੋ ਮੈਂ ਕਹੇ ਜੀ ਗਲਤ ਥਾਂ 'ਤੇ ਆ ਗਿਆ, ਗੁਰੂ ਦੇ ਵਿੱਚ ਤਾਂ ਰਾਈ ਮਾਤਰ ਵੀ ਦਇਆ ਨਹੀਂ ਹੈ, ਤਰਸੇ ਨਹੀਂ ਹੈ ਇਹਨੂੰ, ਤਾਂ ਮੈਂ ਤਾਂ ਗੁਰੂ ਨਾਨਕ ਦੀ ਗੱਦੀ ਸਮਝ ਕੇ ਮੱਥਾ ਟੇਕਣ ਆਇਆ ਸੀ, ਇਹ ਕੀ ਕਰ ਰਿਹਾ ਜੀ, ਤਾਂ ਕਿਰਿਆ ਹੀ ਠੀਕ ਨਹੀਂ ਹੈ, ਸ਼ੰਕਾ ਹੋ। ਤੀਸਰੀ ਵਾਰ ਮਹਾਰਾਜ ਸਾਹਿਬ ਨੇ ਫੇਰ ਬਾਰ ਨੂੰ ਇਸ਼ਾਰਾ ਕੀਤਾ, ਤੀਸਰੀ ਵਾਰ ਫੇਰ ਮਾਸ ਤੋੜ ਲਿਆ। ਕਹਿੰਦੇ ਚੱਲ ਠੀਕ ਹੈ, ਹੁਣ ਨਿਬੜ ਗਿਆ। ਬਾਜ ਨੂੰ ਕਹਿੰਦੇ ਨਿਬੜ ਗਿਆ ਹੁਣ। ਉਦੋਂ ਬਾਅਦ ਬਾਜ ਨੇ ਠੁੰਗ ਨਹੀਂ ਮਾਰੀ, ਤੇ ਉਹ ਹੁਣ ਜਾਨਵਰ ਸੀ, 3 ਠੁੰਗਾਂ ਮਾਰੀਆਂ ਉਹਨੇ, ਕੀ ਉਹਦਾ ਸਮਾਪਤ ਹੋ ਗਈ ਜ਼ਿੰਦਗੀ ਉਹਦੀ, ਮਰ ਗਿਆ ਉਹ, ਮਹਾਰਾਜ ਦੇ ਹੱਥਾਂ 'ਚ ਮਰ ਗਿਆ। ਬਾਜ ਉਸੇ ਤਰ੍ਹਾਂ ਬੈਠਾ ਹੈ, ਮੁੜ ਕੇ ਨਹੀਂ ਮਾਸ ਖਾਧਾ ਬਾਜ ਨੇ। ਮਹਾਰਾਜ ਕਹਿੰਦੇ ਸੰਤ ਜੀ ਗੁਰੂ ਨਾਨਕ ਦੀ ਗੱਦੀ 'ਤੇ ਸ਼ੰਕਾ ਕਰਦਾ? ਕਹਿੰਦੇ ਗੁਰੂ ਜੇ ਮੈਂ ਕਹਿੰਦੇ ਸੀ ਦਇਆਵਾਨ ਨਹੀਂ, ਅੰਤਰਜਾਮੀ ਕਿਵੇਂ ਹੈ ਫਿਰ ਗੁਰੂ? ਕਹਿੰਦੇ ਮਹਾਰਾਜ ਹਾਂ ਮੈਨੂੰ ਸ਼ੰਕਾ ਹੋਈ ਹੈ। ਕਹਿੰਦੇ ਮੈਂ ਆਪਣੇ ਸਿੱਖਾਂ ਨੂੰ ਕਹਿੰਦਾ ਵੀ ਝੂਠੀ ਜਾਂ ਸੱਚੀ ਕਦੇ ਸਹੁੰ ਨਾ ਖਾਇਆ ਕਰੋ, ਪਰ ਜਦੋਂ ਗੁਰੂ ਨੂੰ ਜਾਮਨ ਲੈ ਕੇ ਸਹੁੰ ਖਾਂਦੇ ਹੋ ਕਹਿੰਦੇ ਤੁਸੀਂ ਫਿਰ ਮੈਨੂੰ ਵੀ ਤੰਗ ਕਰਦੇ ਹੋ ਨਾਲ। ਮਹਾਰਾਜ ਕੀ ਹੋਇਆ? ਕਹਿੰਦੇ ਗੱਲ ਇਸ ਤਰ੍ਹਾਂ ਹੈ, ਆਹ ਜਿਹੜਾ ਗੁਟਾਰ ਸੀ ਮੇਰੇ ਖੱਬੇ ਹੱਥ 'ਚ ਫੜਿਆ ਵਾ, ਇਹ ਪਿਛਲੇ ਜਨਮ ਦੇ ਵਿੱਚ ਰਾਜੇ ਦਾ ਵਜ਼ੀਰ ਸੀ। ਇਹ ਜਿਹੜਾ ਬਾਜ ਸੀ, ਤੇ ਇਹ ਬਾਜ ਸਤਸੰਗ ਕਰਦਾ ਸੀ, ਇਹ ਗੁਰੂ ਕਾ ਸਿੱਖ ਸੀ। ਕਹਿੰਦੇ ਇਹ ਜਿਹੜਾ ਗੁਰੂ ਕਾ ਸਿੱਖ ਸੀ, ਜ਼ਿਮੀਂਦਾਰ ਸੀ, ਉਸ ਵੇਲੇ ਸੀ ਰੱਜਿਆ ਪੁੱਜਿਆ ਜ਼ਿਮੀਂਦਾਰ, ਦਾਨੀ ਪੁਰਸ਼ ਸੀ। ਕਹਿੰਦੇ ਕੀ ਹੋਇਆ, ਇਹਨੇ ਵਜ਼ੀਰ ਦੇ ਨਾਲ ਕਿਤੇ ਅਣਬਣੇ ਤੁਹਮਤ ਲਾ ਕੇ ਆਪਣੇ ਰਾਜ ਦੇ ਵਿੱਚੋਂ ਰਾਜੇ ਨੂੰ ਕਹਿ ਕੇ ਕਢਾ ਦਿੱਤਾ। ਉਹਨੇ ਬਥੇਰਾ ਕਿਹਾ ਵੀ ਮੇਰਾ ਕੋਈ ਕਸੂਰ ਨਹੀਂ। ਕਹਿੰਦਾ ਵੀ ਹੁਣ ਤੈਨੂੰ ਰਾਜੇ ਦਾ ਹੁਕਮ ਹੈ, ਚਲਿਆ ਜਾਊਂ, ਵੀ ਮੈਂ ਸਹੁੰ ਖਾ ਕੇ ਕਹਿਣਾ ਤੇਰਾ ਵਿਸ਼ਵਾਸ ਗੁਰੂ 'ਤੇ ਹੈ, ਤੂੰ ਮੇਰੇ 'ਤੇ ਇਤਬਾਰ ਨਾ ਕਰ, ਮੈਂ ਤੇਰੇ ਗੁਰੂ ਦੀ ਸਹੁੰ ਖਾ ਕੇ ਕਹਿਣਾ ਵੀ ਮੈਂ ਤੇਰਾ ਬੁਰਾ ਨਹੀਂ ਕਰੂੰਗਾ, ਤੂੰ ਮੇਰੇ 'ਤੇ ਸ਼ੱਕ ਨਾ ਕਰ, ਪਰ ਹੁਣ ਇੱਥੋਂ ਤਾਂ ਜਾਣਾ ਪਊ। ਉਹਨੇ ਜਾ ਕੇ ਦੂਸਰੇ ਥਾਂ 'ਤੇ ਪਿੰਡ ਵਸਾ ਲਿਆ, ਮਕਾਨ ਬਣਾ ਲਏ, ਕਿਉਂਕਿ ਰੱਜਿਆ ਪੁੱਜਿਆ ਜ਼ਿਮੀਂਦਾਰ ਸੀ। ਇਹ ਵਜ਼ੀਰ ਨੇ ਫਿਰ ਨਾ ਖੜਾ ਛੱਡਿਆ, ਉੱਥੇ ਜਾ ਕੇ ਫਿਰ ਉਜਾੜ ਦਿੱਤਾ। ਕਹਿੰਦਾ ਕੋਈ ਨਹੀਂ, ਫਿਰ ਤੂੰ ਮੈਨੂੰ ਜਿਵੇਂ ਉਜਾੜਿਆ ਤੇਰਾ ਮਾਸ ਤੋੜ ਤੋੜ ਕੇ ਖਾਊਂ। ਕਹਿੰਦਾ ਉਹ ਕਹਿੰਦਾ ਹੋਇਆ ਮਰ ਗਿਆ। ਮਹਾਰਾਜ ਕਹਿੰਦੇ ਇਹਨੇ 3 ਜਨਮ, ਆ ਜਿਹੜੀ ਗੁਟਾਰ ਹੈ 3 ਜਨਮ ਕਹਿੰਦੇ ਇਹਨੇ ਖਾਣਾ ਸੀ ਜ਼ਿਮੀਂਦਾਰ ਨੇ ਇਹਨੂੰ, ਮੇਰੀ ਤਾਂ ਜਾਮ ਨਹੀਂ ਸੀ, ਮੈਂ ਦੋਨਾਂ ਦਾ ਭਲਾ ਕਰਿਆ ਹੈ। ਇਹ ਆਪਣੇ ਹੱਥ ਦਾ ਬਾਜ ਬਣਾਇਆ ਹੋਇਆ, ਕਿਉਂਕਿ ਪਿਛਲੇ ਜਨਮ ਦਾ ਸਿੱਖ ਸੀ, ਮਾੜਾ ਕਰਮ ਹੋ ਗਿਆ, ਬੰਦਗੀ ਨਾ ਕੀਤੀ, ਤੇ ਇਹ ਬਾਜ ਬਣ ਗਿਆ, ਪਰ ਮੈਂ ਸਾਂਭ ਲਿਆ, ਹੁਣ ਇਹ ਮੁਕਤ ਹੋ ਜਾਊਗਾ ਇਦੋਂ ਬਾਅਦ। ਬਾਜਾਂ ਵਾਲਾ ਮਹਾਰਾਜ ਨੂੰ ਉਹ ਬਾਜ ਦੇ ਨਾਂ 'ਤੇ ਬਾਜਾਂ ਵਾਲਾ ਕਹਿੰਦੇ। ਕਹਿੰਦੇ ਆਹ ਜਿਹੜਾ ਗੁਟਾਰ ਹੈ, ਕਹਿੰਦੇ ਇਹ ਵਜ਼ੀਰ ਦਾ ਵੀ ਭਲਾ ਕਰਤਾ, ਕਹਿੰਦੇ ਇਸ ਕਰਕੇ ਸਿੱਖੋ ਝੂਠੀ ਸਹੁੰ ਨਾ ਖਾਇਆ ਕਰੋ। ਮਹਾਰਾਜ ਕਹਿੰਦੇ ਗੁਰੂ ਕਿਸੇ ਦਾ ਬੁਰਾ ਨਹੀਂ ਕਰਦਾ, ਗੁਰੂ ਕਿਸੇ ਨੂੰ ਮਾਰਦਾ ਨਹੀਂ, ਜਿਹਨੂੰ ਕਹਿੰਦੇ ਮਾਰਦਾ ਗੁਰੂ ਭਾਈ ਤਾਰਦਾ ਹੈ ਉਹਨਾਂ ਨੂੰ। ਇਸ ਕਰਕੇ ਕਰ ਕਰ ਕਰਨਾ ਲਿਖ ਲਿਆ ਜਾਓ, ਆਪੇ ਬੀਜ, ਮਹਾਰਾਜ ਸਾਹਿਬ ਕਹਿੰਦੇ ਬੀਜ ਆਪੇ ਬੀਜ ਆਪੇ ਵੀ ਆਪੇ ਖਾਓ, ਆਪ ਹੀ ਖਾਣਾ ਪੈਂਦਾ। ਇਸ ਕਰਕੇ ਕਦੇ ਮਾੜਾ ਕਰਮ ਨਹੀਂ ਗਾ। ਉਹ ਫਿਰ ਧੰਨ ਧੰਨ ਕਹਿੰਦੇ ਗਿਆ ਸੀ ਅਨੰਦਪੁਰ ਸਾਹਿਬ ਤੋਂ ਅੱਗੇ ਦੱਸਦੇ ਨੇ, ਨਾਨਕ ਹੁਕਮੀ ਆਵਹੁ ਜਾਹ। ਗੁਰੂ ਸਾਹਿਬ ਜੀ ਕਹਿੰਦੇ ਹੁਕਮੀ ਕੌਣ ਹੈ? ਹੁਕਮ ਦੇ ਨਾਲ ਵਾਹਿਗੁਰੂ ਹੁਕਮ ਜਿਹੜਾ ਕਰਨ ਵਾਲਾ ਹੈ, ਉਹਦੇ ਹੁਕਮ ਦੇ ਵਿੱਚ ਜੀਵ ਕਰਮਾਂ ਦਾ ਫਲ ਭੋਗਣ ਵਾਸਤੇ ਆਪ ਆਉਂਦੇ ਨੇ, ਤੇ ਫਲ ਭੋਗ ਕੇ ਜਾਹੋ ਚਲੇ ਜਾਂਦੇ ਨੇ। ਸਦਾ ਕੀ ਨੇ ਰਹਿਣਾ? ਕਰਮਾਂ ਦਾ ਫਲ ਭੋਗ ਰਹੇ ਹਾਂ ਤੁਸੀਂ ਵੀ, ਮੈਂ ਵੀ, ਸਾਰੇ। ਨਾਨਕ ਹੁਕਮੀ ਆਵਹੁ ਜਾਹੋ, ਆਪਣੇ ਕਰਮਾਂ ਦੇ ਅਨੁਸਾਰ ਭੋਗ ਗਏ। ਮਾਂਡ ਬ੍ਰਿਖੀ ਹੋਇਆ, ਰਾਜਾ ਅੱਜ ਹੋਇਆ, ਅਨੇਕਾਂ ਦੇ ਪ੍ਰਸੰਗ ਆਉਂਦੇ ਨੇ। ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵੰਤ। ਇਸ ਕਰਕੇ ਜਨਮ ਧਾਰ ਕੇ ਆਉਣਾ, ਮਰ ਕੇ ਜਾਣਾ ਹੁੰਦਾ ਹੈ। ਤੇ ਉਧਰ ਫਿਰ ਦੂਰੇ ਅਰਥ ਉਸ ਤਰ੍ਹਾਂ ਜਿਵੇਂ ਇਹ ਸਿੱਧਾਂ ਦੇ ਪ੍ਰਸੰਗ ਕਰਤਾਰਪੁਰ ਸਾਹਿਬ ਸੰਗਤਾਂ ਦੇ ਵਿੱਚ ਦੂਸਰੇ ਅਰਥ ਦੇ ਵਿੱਚ ਫਿਰ ਮਹਾਰਾਜ ਕਿਰਪਾ ਕਰਨਗੇ। ਸੁਣੋ ਜੀ। ਭਰੀਏ ਹੱਥ ਪੈਰ ਤਨ ਦੇਹ। ਸਿੱਖਾਂ ਨੇ ਪੁੱਛਿਆ ਸੀ ਮਹਾਰਾਜ ਇਹ ਮੈਲ ਚਾਹੇ ਤਨ ਦੀ ਹੈ, ਮਨ ਦੀ ਹੈ, ਇਹਨੂੰ ਪਵਿੱਤਰ ਕਰਨ ਵਾਸਤੇ ਮਹਾਰਾਜ ਦੱਸੋ, ਕਿਰਪਾ ਕਰੋ। ਮਹਾਰਾਜ ਨੇ ਉੱਤਰ ਦਿੱਤਾ,
ਕਹਿੰਦੇ ਗੁਰਸਿੱਖੋ, ਜੇ ਚੋਰੀ ਕਰਨ ਦੇ ਨਾਲ, ਮੰਦੇ ਕਰਮ ਭੈੜੇ ਹੱਥਾਂ ਦੇ ਨਾਲ ਹੋ ਜਾਣ, ਪੈਰਾਂ ਦੇ ਨਾਲ ਚੱਲ ਕੇ ਮੰਦੇ ਥਾਂ 'ਤੇ ਕੁਸੰਗਤ ਵਿੱਚ ਚਲਿਆ ਜਾਏ, ਪੈਰ ਵੀ ਅਪਵਿੱਤਰ ਹੋ ਗਏ, ਤਨ ਸੂਖਮ ਸਰੀਰ ਅੰਤਸ਼ਕਰਨ ਮੰਦੇ ਸੰਕਲਪਾਂ ਦੇ ਨਾਲ ਮੈਲਾ ਹੋ ਜਾਵੇ, ਦੇਹ ਅਸਤੂਲ ਸਰੀਰ ਵਿਕਾਰਾਂ ਰੂਪੀ ਗੰਦਗੀ ਨਾਲ ਭਰ ਜਾਵੇ, ਦੇਹ ਬੁੱਧੀ ਸਮੇਤ ਪਾਪਾਂ ਦੇ ਨਾਲ, ਤੇ ਜੇ ਕਿਤੇ ਮਨੁੱਖ ਦਾ ਇਸ ਤਰ੍ਹਾਂ ਸਾਰੇ ਭਰ ਜਾਵੇ ਤੇ ਤਨ ਤੇ ਦੇਹ, ਤੇ ਤਨ ਨੂੰ ਸਮੇਤ ਅਰਥ ਲਾ ਲਈ, ਜਿੱਥੇ ਲੱਭ ਲੋਭ ਇਕੱਠੇ ਆ ਜਾਣ ਉੱਥੇ ਅਰਥ ਬਦਲ ਜਾਂਦਾ। ਤਨ ਤੇ ਦੇਹ, ਦੇਹ ਸਰੀਰ ਤਨ ਸਮੇਤ, ਜਾਂ ਤਨ ਸਾਰਾ ਫੈਲਾ। ਕੋਸ਼ਾਂ ਨੇ ਇਹ ਅਰਥ ਕੀਤਾ ਵੀ ਜਿਹੜਾ ਫੈਲਿਆ ਹੋਇਆ, ਮਤਲਬ ਤਨ ਜਿਹੜਾ ਅੰਗਾਂ ਪੈਰਾਂ ਨਾਲ ਫੈਲਿਆ ਹੋਇਆ, ਇਹ ਸਾਰਾ ਇਸ ਤਰ੍ਹਾਂ ਵੀ ਅਰਥ ਕਰ ਲੈਂਦੇ ਆ। ਇਹ ਸਾਰਾ ਸਰੀਰ ਜਿਹੜਾ ਅੰਤਸ਼ਕਰਨ ਮੈਲ ਦੇ ਨਾਲ, ਬੁੱਧੀ ਪਾਪਾਂ ਦੇ ਨਾਲ ਭਰੀ ਹੋਵੇ, ਤੇ ਮਹਾਰਾਜ ਕਹਿੰਦੇ ਇਹਦਾ ਸਾਧਨ ਦੱਸਦੇ ਹਾਂ, ਜੇ ਐਸਾ ਹੋ ਜਵੇ। ਪਾਣੀ ਧੋਤੈ ਉਤਰ ਸੋ ਖੇਹ, ਪਾਣੀ ਧੋਤੈ ਉਤਰ ਸੋ ਖੇਹ। ਸੋ ਉਹ ਖੇਹ ਜਿਹੜੀ ਹੈ, ਜਿਵੇਂ ਬਾਹਰਲੀ ਧੂੜ ਤੱਪਾ ਮੈਲ ਨਾਲ ਉਤਰ ਜਾਂਦੀ ਹੈ, ਕਹਿੰਦੇ ਪਾਪਾਂ ਦੇ ਨਾਲ ਜਿਹੜੀ ਮੈਲ ਲੱਗੀ ਹੈ, ਉਹਨਾਂ ਹੀ ਪੈਰਾਂ ਦੇ ਸਤਸੰਗ ਵਾਲੇ ਪਾਸੇ ਨੂੰ ਜਾਣਾ ਸ਼ੁਰੂ ਕਰ ਦਿਓ, ਪੈਰਾਂ ਦੀ ਮੈਲ ਲੈਣੀ ਸ਼ੁਰੂ ਹੋ ਗਈ। ਹੱਥਾਂ ਨਾਲ ਦਾਨ ਪੁੰਨ ਕਰ ਲਓ, ਕਹਿੰਦੇ ਹੱਥਾਂ ਦੀ ਮੈਲ ਜਾਣੀ ਸ਼ੁਰੂ ਹੋ ਜੂਗੀ। ਤੇ ਸਰੀਰ ਜਿਹੜਾ ਵਿਕਾਰ ਦੇ ਨਾਲ ਪਲੀਤ ਹੋਇਆ ਹੋਵੇ, ਉਹ ਸ਼ੁਰੂ ਹੋ ਜਾਊਗਾ। ਨਾਮ ਰੂਪੀ ਜਲ ਦੇ ਨਾਲ ਧੋਣ ਦੇ ਕਾਰਨ ਸਭ ਉਤਰ ਜਾਂਦੀ ਹੈ। ਮੂਤ ਪਲੀਤੇ ਕੱਪੜ ਹੋਏ, ਜੇ ਸਰੀਰ ਰੂਪੀ ਕੱਪੜਾ ਵਸਤਰ ਮੂਤਰ ਦੀ ਨਿਆਈ, ਕਾਮ ਆਦਿਕ ਜਿਹੜੇ ਪਰਵਲ ਵਿਸ਼ੇ ਨੇ, ਉਹਨਾਂ ਕਰਕੇ ਪਲੀਤ ਹੋ ਜਾਵੇ, ਅਪਵਿੱਤਰ ਹੋ ਜਾਵੇ, ਬੱਜਰ ਕਰਹਿਤੀਆ ਹੋ ਜਾਵੇ, ਉਹ ਅੰਤਸ਼ਕਰਨ ਰੂਪੀ ਕੱਪੜਾ ਜਾਂ ਰਾਗ ਦਵੈਸ਼ ਆਦਿ ਦੇ ਨਾਲ ਮੈਲਾ ਹੋ ਜਾਵੇ, ਅਪਵਿੱਤਰ ਹੋਵੇ, ਅੰਤਰਕਰਨ ਵੀ ਅਪਵਿੱਤਰ ਹੋ ਗਿਆ, ਸਰੀਰ ਵੀ ਬੱਜਰ ਕਰਹਿਤ ਕਰਕੇ ਅਪਵਿੱਤਰ ਹੋ ਗਿਆ। ਖਾਲਸੇ ਦੇ ਅੰਦਰ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਥੇ ਅਦਾਲਤ ਛੱਡੀ ਹੋਈ ਹੈ ਵੀ ਜੇ ਬੱਜਰ ਕਰਹਿਤ ਹੋ ਜਾਵੇ, ਦਰਗਾਹ ਦਾ ਚੋਰ ਨਾ ਬਣੇ, ਦਰਗਾਹ 'ਚ ਮੂੰਹ ਕਾਲਾ ਨਾ ਕਰਾਵੇ, ਜਾ ਕੇ ਪੰਜਾਂ ਦੇ ਪੇਸ਼ ਹੋ ਜੇ, ਦੱਸ ਜੇ ਬਈ ਆਹ ਗੁਨਾਹ ਹੋਇਆ, ਮਹਾਰਾਜ ਕਹਿੰਦੇ ਮੈਂ ਬਖਸ਼ ਦੇਵਾਂਗਾ। ਤੋ ਇਸ ਕਰਕੇ ਉਹ ਅੰਤਸ਼ਕਰਨ ਰਾਗ ਦਵੈਸ਼ ਦੇ ਨਾਲ ਜੇ ਮੈਲਾ ਹੋ ਜਾਵੇ, ਅਪਵਿੱਤਰ ਹੋ ਜਾਵੇ। ਦੇ ਸਾਬੂਣ ਲਈਐ ਉਹ ਧੋਏ, ਉਹ ਸਰੀਰ ਰੂਪੀ ਕਪੜਾ, ਸਾਬੂਣ ਕਿਹੜਾ ਨਾਮ ਦਾ ਸਾਬਣ, ਅੰਤਸ਼ਕਰਨ ਦਾ ਕੱਪੜਾ, ਸਤਸੰਗਤ ਰੂਪੀ ਘਾਟ, ਨਿਸ਼ਚੇ ਦਾ ਪਟੜਾ, ਜਿਹੜਾ ਨਿਸ਼ਚਾ ਕਰਨੇ ਰੱਬ ਤੇ, ਉਸ ਨਿਸ਼ਚੇ ਦੇ ਪਟੜੇ ਉੱਤੇ ਫਿਰ ਨਾਮ ਰੂਪੀ ਸਾਬਣ, ਮਨ ਰੂਪੀ ਬਸਤਰ ਨੂੰ, ਅੰਤਸ਼ਕਰਨ ਨੂੰ ਉਗਤੀਆਂ ਜੁਗਤੀਆਂ ਦੀਆਂ ਮੁਕੀਆਂ ਦੇ ਕਰਕੇ, ਅਭਿਆਸ ਦਾ ਕਚੱਲਾ ਦੇ ਕਰਕੇ ਫਿਰ ਉਹਨੂੰ ਧੋਈਦਾ। ਭੈ ਰੂਪੀ ਖੰਭ ਚੜ੍ਹਾਈ ਹੈ, ਭੈ ਵਿੱਚ ਖੁੰਭ ਚੜ੍ਹਾਈ ਹੈ, ਭਗਤੀ ਰੂਪੀ ਧੁੱਪ ਜਾਂ ਜਪ ਤਪ ਦੇ ਧੁੱਪ ਦੇ ਸੇਕ ਦੇ ਵਿੱਚ ਫਿਰ ਗਿਆਨ ਦਾ ਮਜੀਠੀ ਰੰਗ ਚਾੜੀਦਾ। ਫਿਰ ਮਹਾਰਾਜ ਕਹਿੰਦੇ ਕਬਨ ਬਣੀ ਰੀ ਤੇਰੀ ਲਾਲੀ, ਕਬਨ ਰੰਗ ਤੂੰ ਪਈ ਗੁਲਾਲੀ। ਇਹ ਰੰਗ ਕਿੱਥੋਂ ਚੜੇ? ਲੋਕ ਪੁੱਛਣਗੇ ਨਾਮ ਦਾ ਰੰਗ ਕਿਵੇਂ ਚੜਿਆ ਬਈ? ਲਾਲ ਰੰਗ ਤਿਸ ਕੋ ਲਗਾ ਜਿਸ ਕੇ ਬੜ ਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੇ ਦਾਗ। ਵਿਸ਼ਿਆਂ ਦੇ ਦਾਗ ਨਹੀਂ ਲੱਗਦੇ। ਫਿਰ ਸਾਡੀ ਅਭਾਸ਼ ਬਿਰਤੀ ਜਿਹੜੀ ਹੈ, ਅਭਾਸ਼ ਬਿਰਤੀ ਕਿਹੜੀ ਹੈ? ਜਿਵੇਂ ਘੜੇ ਦੇ ਵਿੱਚ ਚੰਦਰਮਾ ਜਾਂ ਸੂਰਜ ਦਾ ਅਭਾਸ ਪੈਂਦਾ, ਜਿਹੜਾ ਪ੍ਰਤੀਬਿੰਬ ਦੇਖਦਾ, ਉਹਨੂੰ ਕਹਿੰਦੇ ਨੇ ਅਭਾਸ। ਸਾਡੀ ਬਿਰਤੀ 'ਚ ਬ੍ਰਹਮ ਦਾ ਜਿਹੜਾ ਪ੍ਰਤੀਬਿੰਬ ਪੈਂਦਾ, ਉਹਨੂੰ ਅਭਾਸ ਕਹਿੰਦੇ। ਉਹ ਜਿਹੜੀ ਬਿਰਤੀ ਹੈ, ਅਭਾਸ ਬਿਰਤੀ ਧਾਰਨ ਕਰਕੇ ਪ੍ਰਮਾਤਮਾ ਦੀ ਪ੍ਰਾਪਤੀ ਦਾ ਸ਼ਿੰਗਾਰ ਸਹਿਤ ਹੋ ਜਾਈਦਾ। ਅਗਿਆਨ ਰੂਪੀ ਸੂਰਜ ਦੀਆਂ ਜਿਹੜੀਆਂ ਰਾਗ ਦਵੈਸ਼ ਦੀਆਂ ਕਿਰਨਾਂ ਨੂੰ, ਤ੍ਰਿਸ਼ਨਾ ਰੂਪੀ ਧੁੱਪ ਹੈ, ਇਹ ਪਹੁੰਚਦੀ ਨਹੀਂ, ਸਪਰਸ਼ ਨਹੀਂ ਕਰਦੀ। ਮੋਹ ਰੂਪੀ ਬੱਦਲ ਪਦਾਰਥਾਂ ਦੀ ਵਰਖਾ ਨਹੀਂ ਕਰਦੇ। ਵਿਕਾਰਾਂ ਰੂਪੀ ਇੱਛਾ ਫੁਰਨਾ ਨਹੀਂ ਫੁਰਦਾ, ਸਲਾਬ ਨਹੀਂ ਹੁੰਦੀ। ਵਿਕਾਰਾਂ ਰੂਪੀ ਫੁਰਨੇ ਦਾ ਜਿਹੜਾ ਸਲਾਬ ਹੋਣਾ, ਨਾ ਹੀ ਪਾਪ ਰੂਪ ਵਾਲਾ ਜੜਤਾ ਬਿਰਤੀ ਦੇ ਵਿੱਚ ਬਿਰਧ ਅਵਸਥਾ ਰੂਪੀ ਜਿਹੜੇ ਦੁੱਖ ਨੇ, ਪੋਹ ਦਾ ਮਹੀਨਾ, ਇਹ ਬੁੱਧ ਨੂੰ ਫੇਰ ਲੱਗਦਾ। ਪਰਮੇਸ਼ਰ ਪਤੀ ਦੇ ਨਾਲ ਇੱਕਮਿਕ ਹੋ ਜਾਈਦਾ, ਇਹ ਜੀਵਨ ਆਨੰਦਮਈ ਹੋ ਜਾਂਦਾ ਹੈ। ਭਰੀਐ ਮਤ ਪਾਪਾ ਕੈ ਸੰਗ, ਮਤ ਬੁੱਧੀ ਪਾਪਾਂ ਦੀ ਕੁਸੰਗਤ ਕਰਕੇ ਪਾਪਾਂ ਨਾਲ ਭਰ ਜਾਵੇ। ਉਹ ਧੁੱਪੈ ਨਾਵੈ ਕੈ ਰੰਗ, ਉਹ ਨਾਮ ਰੂਪੀ ਸਾਬਣ, ਪ੍ਰਮਾਤਮਾ ਦਾ ਪ੍ਰੇਮ ਰੂਪੀ ਪਾਣੀ, ਤੇ ਇਹਦੇ ਨਾਲ ਫਿਰ ਧੋਪੈ ਧੋਤੀ ਜਾਂਦੀ ਹੈ। ਉਹਨੇ ਪਾਪੇ ਆਖਣ ਨਾਏ, ਤੇ ਅਜਿਹੇ ਜਿਹੜੇ ਉੱਪਰ ਕਥਨ ਕੀਤੇ ਨੇ ਮਹਾਂਪੁਰਸ਼ ਗੁਰਮੁਖ, ਉਹਨਾਂ ਨੂੰ ਨਾ ਪੁੰਨੀ ਤੇ ਨਾ ਪਾਪੀ ਆਖਣ
ਆਖੇ ਨਹੀਂ ਜਾਂਦੇ। ਉਹਨਾਂ ਨੂੰ ਪੁੰਨੀ ਕਹੋਗੇ, ਪਾਪੀ ਕਹੋਗੇ, ਦੋਨਾਂ ਤੋਂ ਪਰੇ ਨੇ। ਕਿਉਂਕਿ ਪਾਪ ਕਰਨ ਕਰਕੇ ਪਾਪੀ, ਕਿਉਂਕਿ ਉਹਨਾਂ ਨੇ ਪਾਪ ਕਰਮ ਤਾਂ ਕਰਦੇ ਨਹੀਂ, ਨਾ ਕਰਨ ਕਰਕੇ ਪਾਪੀ ਨਹੀਂ ਹੈ। ਨਿਸ਼ਕਾਮ ਕਰਮ ਕਰਕੇ ਉਹ ਨਿਸ਼ਕਾਮੀ ਹੋ ਜਾਂਦਾ, ਪੁੰਨ ਕਰਕੇ ਉਹਦਾ ਫਲ ਨਹੀਂ ਮੰਗਿਆ ਉਹਨੇ, ਉਹਨੂੰ ਫਲ ਨਹੀਂ ਲੱਗਣਾ, ਇਸ ਕਰਕੇ ਉਹ ਪੁੰਨੀ ਵੀ ਨਹੀਂ। ਇਹੋ ਜਿਹੇ ਪਵਿੱਤਰ ਸਤਿਪੁਰਸ਼ ਪ੍ਰੇਮਾ ਭਗਤੀ ਕਰਨ ਵਾਲੇ ਪੁੰਨਾਂ ਪਾਪਾਂ ਦੇ ਮਾਰਗ ਤੋਂ ਅਤੀਤ ਹੋ ਗਏ, ਅਲੱਗ ਹੋ ਗਏ। ਉਹ ਪਾਪੀ ਅਤੇ ਪੁੰਨਿਆਂ ਦੀ ਗਿਣਤੀ 'ਚ ਨਹੀਂ ਆਉਂਦੇ। ਜਿਵੇਂ ਮਹਾਰਾਜ ਦੀ ਉਹ ਸਾਖੀ ਤੁਹਾਨੂੰ ਸੁਣਾਈ ਸੀ ਨਿਤਾਨੰਦ ਵਾਲੀ, ਭਾਈ ਗੁਰਦਾਸ ਨੇ ਵੀ ਦੱਸਿਆ ਜੀ, ਗੁਰੂ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਨੇ, ਇਹ ਪੁੰਨੀ ਪਾਪੀ 'ਚ ਨਹੀਂ ਆਉਂਦੇ ਮੇਰੇ ਸਿੱਖ। ਜੇਕਰ ਉਹਨਾਂ ਦੇ ਪਾਪ ਪੁੰਨ ਦਾ ਸੁਭਾਵਕ ਹੋ ਜਾਣ, ਕਹਿੰਦੇ ਜੀ ਫੇਰ ਪਾਪ ਤਾਂ ਹੁੰਦੇ ਨੇ, ਕੀੜੇ ਮਰ ਗਏ ਹੇਠਾਂ ਆ ਕੇ, ਕੁਝ ਹੋਰ ਹੋ ਗਿਆ। ਕਹਿੰਦੇ ਹਾਂ, ਸੁਭਾਵਕ ਪੁੰਨ ਵੀ ਹੁੰਦੇ ਨੇ, ਸੁਭਾਵਕ ਪਾਪ ਵੀ ਹੁੰਦੇ। ਜਿਹੜੇ ਸੁਭਾਵਕ ਪਾਪ ਹੁੰਦੇ ਨੇ ਉਹ ਤਾਂ ਉਹਨਾਂ ਦੇ ਨਿੰਦਕ ਲੈ ਜਾਂਦੇ ਆ। ਜਿਹੜੇ ਪੁੰਨ ਕਰਮ ਸੁਭਾਵਕ ਹੁੰਦੇ ਨੇ ਉਹਨਾਂ ਦੀ ਇੱਛਾ ਨਹੀਂ, ਉਹਨਾਂ ਨੂੰ ਤਾਂ ਹੋਣੀ, ਆਪਾਂ ਕਹੇ ਦਿੰਦੇ ਵੀ ਆਹ ਚੀਜ਼ ਮੈਨੂੰ ਤਾਂ ਚਾਹੀਦੀ ਨਹੀਂ ਭਾਈ, ਤੇਰੇ ਕੰਮ ਆ ਜੂਗੀ, ਤੂੰ ਲੈ ਜਾ। ਉਹ ਪੁੰਨਾਂ ਦਾ ਫਲ ਜਿਹੜਾ ਆਪਣੇ ਸੇਵਕਾਂ ਨੂੰ ਦੇ ਦਿੰਦੇ, ਤੁਹਾਡੇ ਕੰਮ ਆਊਗਾ, ਮੇਰੇ ਤਾਂ ਹੁਣ ਕੰਮ ਨਹੀਂ, ਮੈਂ ਤਾਂ ਮੁਕਤ ਹੋ ਗਿਆ। ਇਸ ਕਰਕੇ ਆਪ ਸੁਤੰਤਰ ਹੋ ਜਾਂਦੇ ਨੇ। ਉਹ ਪੁੰਨਾਂ ਤੇ ਪਾਪਾਂ ਦਾ ਫਲ ਭੋਗਣ ਵਾਸਤੇ ਤਾਂ ਧਰਮ ਰਾਜ ਦੇ ਜਾਣਾ ਪੈਂਦਾ। ਪੁੰਨ ਪਾਪ ਦੋ ਬੀਜ ਦੇ, ਸਭ ਧਰਮ ਰਾਏ ਕੇ ਜਾ। ਇਸ ਕਰਕੇ ਉਹ ਪੁੰਨੀ ਪਾਪੀ ਕਹੇ ਨਹੀਂ ਜਾਂਦੇ ਹਨ। ਕਰ ਕਰ ਕਰਨਾ ਲਿਖ ਲੈ ਜਾ। ਉਹਨਾਂ ਗੁਰਮੁਖਾਂ ਦੇ ਹੱਥਾਂ ਦੁਆਰਾ ਕੀਤੇ ਹੋਏ ਕਿਰਿਆਤਮਕ ਕਰਮ ਕਹਿੰਦੇ ਨੇ ਉਹਨਾਂ ਨੂੰ। ਅੰਤਸ਼ਕਰਨ ਦੇ ਵਿੱਚ ਲਿਖੇ ਹੋਏ ਸੰਸਕਾਰ ਸਭ ਲੈ ਕੇ ਇਹ ਲੀਨ ਹੋ ਜਾਂਦੇ ਨੇ। ਜਿਹੜੇ ਪਿਛਲੇ ਪਏ ਨੇ ਉਹ ਗੁਰਮੁਖ ਸਿਮਰਨ ਭਗਤੀ ਦੀ ਕਮਾਈ ਕਰਕੇ ਕਰਦੇ ਰਹਿੰਦੇ ਨੇ। ਹੋਰਨਾਂ ਨੂੰ ਪਰਮੇਸ਼ਰ ਦੇ ਨਾਮ ਨੂੰ ਲਿਖ ਦਿੰਦੇ ਨੇ, ਉਹਨਾਂ ਦੇ ਹਿਰਦਿਆਂ ਦ੍ਰਿੜ ਕਰਵਾਉਂਦੇ ਨੇ। ਦੁਨੀਆ ਦੇ ਵਿੱਚ ਰਹਿੰਦਿਆਂ ਆਪਣੀ ਬਿਰਤੀ ਨੂੰ ਵਾਹਿਗੁਰੂ ਵਿੱਚ ਲੈ ਕੇ ਲੀਨ ਕਰਕੇ ਉਹਨਾਂ ਦਾ ਜੰਮਣਾ ਮਰਨਾ ਸਾਰਾ ਖਤਮ ਹੋ ਗਿਆ। ਅਤੇ ਜਾਂ ਫਿਰ ਜਿਨ੍ਹਾਂ ਨੇ ਸਤਿਗੁਰੂ ਜੀ ਦੀ ਕਰਨਾ ਕਿਰਪਾ, ਜਿਨ੍ਹਾਂ ਦੇ ਉੱਤੇ ਸਤਿਗੁਰੂ ਦੀ ਕਰਨਾ ਕੀ ਕਿਰਪਾ ਹੋ ਗਈ ਹੈ, ਉਹ ਕਰ ਸੁਣਨ ਕਰਕੇ, ਕਰ ਮੰਨਣ ਕਰਕੇ, ਸਰਵਣ ਗਿਆਨ, ਮੰਨਣ ਗਿਆਨ, ਨਿਧਿਆਸਨ ਗਿਆਨ, ਅਤੇ ਉਹ ਲਿਖਿਆ ਜਾਣਾ ਪਰਮਾਤਮਾ ਦੇ ਨਾਮ ਨੂੰ ਹਿਰਦੇ ਦੇ ਕਾਗਜ਼ 'ਤੇ ਲਿਖ ਕੇ ਆਪਣੇ ਨਿਜ ਸਰੂਪ ਦੇ ਵਿੱਚ ਪਹੁੰਚ ਜਾਂਦੇ ਨੇ। ਉਹਨਾਂ ਦਾ ਜੂਨਾਂ ਵਿੱਚ ਜਾਹੋ ਜਾਣਾ ਲੈ ਕੇ ਇਹ ਨਾਸ ਹੋ ਜਾਂਦਾ ਹੈ। ਆਪੇ ਬੀਜ ਆਪੇ ਹੀ ਖਾਓ। ਉਹ ਫਿਰ ਮਹਾਂਪੁਰਸ਼ ਜੀਵਨ ਮੁਕਤ ਜਿਹੜੇ ਨੇ ਆਪੇ ਆਪ ਹੀ ਆਪਣੇ ਆਪ ਨੂੰ ਕੀ ਸਮਝਦੇ ਨੇ? ਬੀਜ ਕਾਰਨ ਰੂਪ ਈਸ਼ਵਰ ਅਤੇ ਖਾਹੋ ਭੁਗਤਾ ਰੂਪ ਜੀਵ। ਇਹ ਨਿਸ਼ਚੈ ਕਰ ਲੈਂਦੇ ਹੈ ਆਪ ਹੀ ਆਪ। ਉਹ ਜਾਣਦੇ ਨੇ ਕਿ ਵਾਹਿਗੁਰੂ ਆਪ ਹੀ ਪਰਮਾਤਮਾ ਸਾਰਿਆਂ ਦਾ ਬੀਜ ਕਾਰਨ ਰੂਪ ਹੈ। ਇਉਂ ਜਾਣ ਕੇ ਉਹ ਫਿਰ ਆਪਾ ਕੀ ਹੰਕਾਰ, ਅਤੇ ਉਹਨੂੰ ਹੀ ਨਿਸ਼ਚੈ ਕਰਕੇ ਹਿਰਦੇ 'ਚ ਖਾਹੋ ਕਹੀਏ ਖਾ ਲੈਂਦੇ, ਅਭਾਵ ਕਰ ਦਿੰਦੇ ਨੇ ਹੰਕਾਰ ਦਾ। ਕਿਸੇ ਗੱਲ ਦਾ ਹੰਕਾਰ ਨਹੀਂ ਕਰਦੇ। ਉਹ ਜਾਣਦੇ ਨੇ ਕਿ ਵਾਹਿਗੁਰੂ ਪਰਮੇਸ਼ਰ ਬੀਜ ਕਾਰਨ ਰੂਪ ਹੈ, ਸੰਸਾਰ ਨੂੰ ਰਚਣ ਵਾਲਾ ਹੈ, ਆਪ ਹੀ ਸੰਸਾਰ ਨੂੰ ਖਾਹੋ ਅਭਾਵ ਕਰਨ ਵਾਲਾ ਹੈ। ਇਹ ਸਮਝ ਲੈਂਦੇ ਹਨ। ਨਾਨਕ ਹੁਕਮੀ ਆਵਹੁ ਜਾਹੁ। ਮਹਾਰਾਜ ਸਾਹਿਬ ਜੀ ਕਹਿੰਦੇ ਗੁਰਸਿੱਖੋ, ਕਰਤਾਰਪੁਰ ਸਾਹਿਬ ਸਿੱਧਾ ਨੂੰ ਉਪਦੇਸ਼ ਦਿੱਤਾ ਹੈ, ਉਹ ਪਹਿਲੀ ਅਰਥ 'ਚ ਹੋ ਗਈ। ਉਹ ਆਪ ਹੀ ਹੁਕਮੀ ਪ੍ਰਭੂ ਪਰਮੇਸ਼ਰ ਦਾ ਸਾਕਾਰ ਰੂਪ ਹੋ ਜਾਂਦੇ ਨੇ ਜਾਂ ਹੋ ਗਏ ਨੇ। ਉਹਨਾਂ ਦਾ ਆਵੋ ਆਉਣਾ, ਜੰਮਣਾ ਅਤੇ ਜਾਹੋ ਜਾਣਾ, ਮਰਨਾ, ਇਹ ਤਾਂ ਦੋਨੇ ਖਤਮ ਹੋ ਗਏ। ਉਹ ਗੁਰਮੁਖ ਜਨ ਮੁਕਤ ਹੋ ਜਾਂਦੇ ਨੇ। ਹੁਕਮੀ ਅਕਾਲ ਪੁਰਖ ਦੇ ਹੁਕਮ ਵਿੱਚ ਆਵੋ ਆਉਂਦੇ ਨੇ। ਜਾਂ ਆਏ ਤਾਂ ਤਿਨੇ ਪਠਾਏ, ਚਾਲੇ ਤਿਨੇ ਬੁਲਾਏ ਲਿਆ। ਫਿਰ ਸਤਿਗੁਰੂ ਜੀ ਦੀ ਆਗਿਆ ਦਾ ਪਾਲਣ ਕਰਦੇ ਹੋਏ ਮੁਕਤ ਹੋ ਕੇ ਜਾਹੋ ਜਾਂਦੇ ਨੇ। ਉਹਨਾਂ ਦਾ ਜੰਮਣਾ ਮਰਨਾ ਸੰਸਾਰ 'ਚੋਂ ਚਲਿਆ ਜਾਂਦਾ ਹੈ। ਇਹ ਇੱਥੇ ਪੌੜੀ ਦੇ ਦੂਹਰੇ ਅਰਥ ਸਮਾਪਤ ਹੋਏ ਨੇ। ਹੁਣ ਇਹਦਾ ਮੁੱਖ ਭਾਵ ਕੀ ਹੈ? ਪੌੜੀ ਦਾ ਕੀ ਸੁਣਿਆ ਤੁਸੀਂ ਦੂਹਰੇ ਅਰਥਾਂ ਦੇ ਵਿੱਚ, ਉਹ ਧਿਆਨ ਦੇ ਨਾਲ ਸੁਣੋ। ਇਹ ਪੌੜੀ ਦੇ ਦ੍ਰਿਸ਼ਟਾਂਤ ਅਤੇ ਫਿਰ ਦਾ ਦ੍ਰਿਸ਼ਟਾਂਤ, ਕਿਉਂਕਿ ਮੱਧਮ ਅਧਿਕਾਰੀ ਹੈ ਨਾ, ਦ੍ਰਿਸ਼ਟਾਂਤ ਦੇ ਨਾਲ ਦਾ ਦ੍ਰਿਸ਼ਟਾਂਤ ਉਪਦੇਸ਼ ਬਖਸ਼ਿਆ। ਜਿਵੇਂ ਹੱਥ ਪੈਰ ਸਰੀਰ ਖੇ ਨਾਲ ਭਰ ਜਾਵੇ, ਮਿੱਟੀ ਨਾਲ ਭਰ ਜਾਵੇ, ਪਾਣੀ ਨਾਲ ਧੋਤਿਆਂ ਸਾਫ਼ ਹੋ ਜਾਂਦਾ ਹੈ। ਜੇ ਪਿਸ਼ਾਬ ਆਦਿਕ ਨਾਲ ਕੱਪੜਾ ਅਪਵਿੱਤਰ ਹੋ ਜਾਵੇ, ਉਹ ਸਾਬਣ ਅਤੇ ਪਾਣੀ ਨਾਲ ਸ਼ੁੱਧ ਹੋ ਜਾਂਦਾ ਹੈ। ਇਸੇ ਤਰੀਕੇ ਜਿਨ੍ਹਾਂ ਦੀ ਬੁੱਧ ਪਾਪਾਂ ਦੇ ਨਾਲ ਭਰੀ ਹੋਈ ਹੈ, ਪਾਪ ਗ੍ਰਸਤ ਬੁੱਧ ਹੈ, ਉਹ ਨਾਮ ਰੂਪੀ ਪਰਮੇਸ਼ਰ ਦੇ ਪ੍ਰੇਮ ਰੂਪੀ ਜਲ ਅਤੇ ਨਾਮ ਰੂਪੀ ਸਾਬਣ ਦੇ ਨਾਲ ਉਹਨਾਂ ਨੇ ਨਾਮ ਜਪਦੇ ਨੇ, ਅਤੇ ਫਿਰ ਉਹਨਾਂ ਦਾ ਇਹ ਬੁੱਧ ਜਿਹੜੀ ਹੈ ਪਵਿੱਤਰ ਹੋ ਜਾਂਦੀ ਹੈ। ਸਕਾਮ ਕਰਮ ਕਰਦੇ ਨੇ,
ਸਕਾਮ ਕਰਮ ਤਾਂ ਉਹ ਕਰਦੇ ਨਹੀਂ ਕਾਮਨਾ ਦੇ ਸਹਿਤ, ਤੇ ਨਿਸ਼ਕਾਮ ਕਰਮ ਕਰਦੇ ਨੇ, ਉਹਦਾ ਫਲ ਨਹੀਂ ਦੇ। ਉਹ ਹੁਕਮੀ ਪਰਮਾਤਮਾ ਦੇ ਹੁਕਮ ਦੇ ਅੰਦਰ ਜੰਮਣ ਮਰਨ ਵਿੱਚ ਇਹਦੇ 'ਚ ਨਹੀਂ ਪਏ ਰਹਿੰਦੇ, ਉਹ ਤੋਂ ਪਰੇ ਚਲੇ ਗਏ। ਜਿਹੜੇ ਨਾਮ ਜਪਣ ਵਾਲੇ ਨੇ ਉਹ ਪੁੰਨੀ ਪਾਪੀ ਉਹਨਾਂ ਦੀ ਗਿਣਤੀ 'ਚ ਨਹੀਂ ਆਉਂਦੇ, ਉਹ ਸੁਤੰਤਰ ਹੋ ਕੇ ਮੁਕਤ ਹੋ ਕੇ ਸੰਸਾਰ ਤੋਂ ਜਾਂਦੇ ਨੇ। ਜਿਹੜੇ ਪੁੰਨੀ ਨੂੰ ਉਹ ਵੀ ਆਉਂਦੇ ਨੇ, ਜਿਹੜੇ ਪਾਪੀ ਨੂੰ ਉਹ ਵੀ ਆਉਂਦੇ ਜਾਂਦੇ ਨੇ, ਮੁਕਤ ਨਹੀਂ ਆਉਂਦੇ ਜਾਂਦੇ। ਪਰਮਾਤਮਾ ਦੇ ਹੁਕਮ 'ਚ ਉਹ ਆਉਂਦੇ ਜਾਂਦੇ ਰਹਿੰਦੇ ਆ। 102 ਅੱਖਰਾਂ 'ਚ ਬ੍ਰਹਮ ਗਿਆਨ ਸਤਿਗੁਰੂ ਨੇ ਕਥਨ ਕੀਤਾ, ਤੇ ਇਹ 20 ਪੌੜੀਆਂ ਸਮਾਪਤ ਹੋ ਗਈਆਂ। ਆਓ ਹੁਣ ਇੱਥੇ ਸਮਾਪਤੀ ਹੈ ਜੀ। ਆਪੇ ਬੀਜ ਆਪੇ ਹੀ ਕਾਹੋ, ਨਾਨਕ ਹੁਕਮੀ ਆਵਹ ਜਾਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।